ਵਾਹਿਗੁਰੂ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਚੱਕਰ ਜਿਹਨ ਅਰ ਬਰਨ ਜਾਤਿ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਹਾਨ ਗਣਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਭੈ ਭੂਲੇ ਸੁਧ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵਹੁ ਡੁਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ। ਪਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਪਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ 9 ਲੱਖ ਐਰਾਕੀ ਮਿਲੈ ਮਿਲੈ ਸਰਾਇਚੈ ਲਾਖ। 1.25 ਲੱਖ ਹਾਥੀ ਮਿਲੈ ਦੇਹੋ ਯਹ ਅਬਿਲਾਖ। 9 ਲੱਖ ਐਰਾਕੀ ਮਿਲੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਨੇ ਬੜੀ ਬਖਸ਼ਿਸ਼ ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੀ ਹੈ। ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣ ਕਰਕੇ ਨਿਤਨੇਮ ਕਰਕੇ ਗੁਰੂ ਸਾਹਿਬ ਦੀ ਪਾਵਨ ਹਜ਼ੂਰੀ 'ਚ ਹਾਜ਼ਰ ਹੋਏ। ਆਸਾ ਜੀ ਦੀ ਵਾਰ ਦਾ ਕੀਰਤਨ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਦਮਦਮੀ ਟਕਸਾਲ ਦੇ ਮਹਾਨ ਕੀਰਤਨੀਏ, ਉਹਨਾਂ ਦੇ ਜਥੇ ਪਾਸੋਂ ਆਪ ਜੀ ਨੇ ਕੀਰਤਨ ਦਾ ਆਨੰਦ ਮਾਣਿਆ। ਸਤਿਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖਾਂ ਨੂੰ ਬੜੀਆਂ ਹੀ ਬੇਸ਼ਕੀਮਤੀ ਸੁਗਾਤਾਂ ਦਿੱਤੀਆਂ ਹਨ। ਕੋਈ ਵੀ ਗੁਰੂ ਨਾਨਕ ਦੀ ਦਾਤ ਵੇਖ ਲਓ, ਉਹਦਾ ਕੋਈ ਮੁੱਲ ਨਹੀਂ ਹੈ। ਸੱਚੇ ਪਾਤਸ਼ਾਹ ਜੀ ਨੇ ਆਪਣੇ ਸੇਵਕਾਂ ਨੂੰ ਸਾਰਾ ਕੁਝ ਦਿੱਤਾ ਹੈ। ਐਸੀ ਵਸਤ ਜਗਤ ਮੇਂ ਨਾਹੀ ਜੋ ਮੈਂ ਦਈ ਖਾਲਸੇ ਨਾਹੀ। ਐਸੀ ਕਹਿੰਦੇ ਦੁਨੀਆ 'ਤੇ ਚੀਜ਼ ਹੀ ਕੋਈ ਨਹੀਂ ਜਿਹੜੀ ਅਸੀਂ ਆਪਣੇ ਖਾਲਸੇ ਨੂੰ ਨਹੀਂ ਦਿੱਤੀ। 10ਵੇਂ ਪਾਤਸ਼ਾਹ ਮਹਾਰਾਜ ਦੇ ਬਚਨ। ਐਸੀ ਵਸਤ ਜਗਤ ਮੇਂ ਨਾਹੀ, ਐਸੀ ਜਗਤ ਵਿੱਚ ਵਸਤੂ ਹੀ ਕੋਈ ਨਹੀਂ ਜੋ ਮੈਂ ਦਈ ਖਾਲਸੇ ਨਾਹੀ, ਜੋ ਮੈਂ ਖਾਲਸੇ ਨੂੰ ਨਹੀਂ ਦੇ ਸਕਦਾ। ਜੋ ਕੁਝ ਵੀ ਹੈ ਉਹ ਆਪਣੇ ਸਿੱਖਾਂ ਨੂੰ, ਆਪਣੇ ਪਿਆਰਿਆਂ ਨੂੰ ਮਹਾਰਾਜ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ। ਜਿਹੜੀ ਸਭ ਤੋਂ ਵੱਡੀ ਦਾਤ ਦਿੱਤੀ ਹੈ, ਜਿਹੜੀ ਸਭ ਤੋਂ ਜ਼ਰੂਰੀ ਮਹੱਤਵਪੂਰਨ ਦਾਤ ਹੈ,
ਉਹ ਕਥਾ ਕੀਰਤਨ ਦੀ ਹੈ। ਗੁਰੂ ਕੀ ਬਾਣੀ ਦਾ ਪਾਠ ਕਰੋ, ਗੁਰੂ ਕੀ ਬਾਣੀ ਦਾ ਕੀਰਤਨ ਕਰੋ, ਗੁਰੂ ਕੀ ਬਾਣੀ ਦੀ ਕਥਾ ਵਿਚਾਰ ਕਰੋ ਤੇ ਨਾਮ ਜਪੋ। ਇਹ ਬਹੁਤ ਵੱਡਾ ਪੱਖ ਹੈ ਜਿਹੜਾ ਅਧਿਆਤਮਕ ਦਾ ਭਵ ਸਾਗਰ ਤੋਂ ਪਾਰ ਲੰਘਾਉਣ ਵਾਸਤੇ। ਇਹ ਜਿਹੜਾ ਸੰਸਾਰ ਸਮੁੰਦਰ ਹੈ, ਇਹਦੇ ਵਿੱਚ ਆਪਾਂ ਸਾਰੇ ਜੰਮਦੇ ਹਾਂ, ਮਰਦੇ ਹਾਂ, ਆਉਂਦੇ ਹਾਂ, ਜਾਂਦੇ ਹਾਂ, ਦੁਖੀ ਹੁੰਦੇ ਹਾਂ। ਸਾਧ ਸੰਗਤ ਜੀ, ਜੇ ਸਮੱਸਿਆ ਨਾ ਹੋਵੇ ਉਹਦਾ ਸਮਾਧਾਨ ਵੀ ਨਹੀਂ ਹੁੰਦਾ। ਜੇ ਕੋਈ ਕੁਐਸਚਨ ਨਾ ਹੋਵੇ ਆਨਸਰ ਵੀ ਨਹੀਂ ਹੁੰਦਾ। ਜੇ ਕੋਈ ਮਸਲਾ ਨਾ ਹੋਵੇ ਉਹਦਾ ਹੱਲ ਵੀ ਨਹੀਂ ਹੁੰਦਾ। ਮਸਲਾ ਹੋਵੇਗਾ ਤੇ ਉਹਦਾ ਹੱਲ ਹੋਵੇਗਾ, ਸਵਾਲ ਹੋਵੇਗਾ ਤੇ ਉਹਦਾ ਜਵਾਬ ਹੋਵੇਗਾ, ਸਮੱਸਿਆ ਹੋਵੇਗੀ ਤੇ ਉਹਦਾ ਸਮਾਧਾਨ ਹੋਵੇਗਾ। ਸਾਡੀ ਸਾਰਿਆਂ ਦੀ ਸਮੱਸਿਆ ਕੀ ਹੈ? ਅਸੀਂ ਸਾਰੇ ਦੁਖੀ ਹਾਂ, ਔਰ ਹਰ ਇਨਸਾਨ, ਹਰ ਜੀਵ ਜੰਤੂ, ਪਸ਼ੂ ਪੰਛੀ, ਜਿੰਨਾ ਵੀ ਸੰਸਾਰ ਭਰ ਦੇ ਵਿੱਚ ਪ੍ਰਾਣੀ ਮਾਤਰ ਹੈ, ਸਾਰੇ ਸੁਖੀ ਹੋਣਾ ਚਾਹੁੰਦੇ ਨੇ, ਦੁੱਖ ਦੀ ਨਿਵਰਤੀ ਚਾਹੁੰਦੇ ਨੇ, ਸੁੱਖ ਦੀ ਪ੍ਰਾਪਤੀ ਚਾਹੁੰਦੇ ਨੇ। ਕਿਸੇ ਨੂੰ ਪੁੱਛ ਕੇ ਦੇਖੋ ਵੀ ਤੂੰ ਦੁਖੀ ਹੋਣਾ ਚਾਹੁੰਦਾ ਹੈ? ਕਹਿੰਦਾ ਨਹੀਂ, ਮੈਨੂੰ ਸੁੱਖ ਚਾਹੀਦਾ ਹੈ। ਸੱਚੇ ਪਾਤਸ਼ਾਹ ਵੀ ਆਪਣੀ ਬਾਣੀ 'ਚ ਬਚਨ ਲਿਖਦੇ ਨੇ, ਸੁੱਖ ਕੋ ਮੰਗੈ ਸਭ ਕੋ। ਸਾਰੀ ਦੁਨੀਆ ਸੁੱਖ ਹੀ ਮੰਗਦੀ ਹੈ। ਪਸ਼ੂ ਪੰਛੀ ਵੀ ਸੁੱਖ ਮੰਗਦੇ ਹੈ, ਦੁਖੀ ਨਹੀਂ ਹੋਣਾ ਚਾਹੁੰਦੇ। ਜੰਗਲ ਨੂੰ ਅੱਗ ਲੱਗੀ ਹੋਵੇ ਉੱਥੋਂ ਦੌੜ ਜਾਂਦੇ, ਕਿਉਂ? ਪਤਾ ਲੱਗਦਾ ਹੈ ਪੰਛੀਆਂ ਨੂੰ ਵੀ ਇੰਨਾ ਗਿਆਨ ਹੈ, ਪਸ਼ੂ ਨੂੰ ਵੀ ਇੰਨਾ ਗਿਆਨ ਹੈ, ਅਸੀਂ ਸੜ ਜਾਵਾਂਗੇ, ਮਰ ਜਾਵਾਂਗੇ। ਸਾਰੇ ਸੁੱਖ ਵਾਲੇ ਪਾਸੇ, ਆਰਾਮ ਵਾਲੇ ਪਾਸੇ ਜਾਂਦੇ ਹਨ। ਐਸਾ ਨਿਯਮ ਹੈ ਕੁਦਰਤ ਦਾ। ਪਰ ਜਿੱਥੋਂ ਅਸਲੀ ਸੁੱਖ ਮਿਲਣਾ ਹੈ, ਆਤਮਾ ਦਾ ਸੁੱਖ ਮਿਲਣਾ ਹੈ, ਉਹਦਾ ਪਤਾ ਨਹੀਂ ਚੱਲਦਾ। ਇਸ ਕਰਕੇ ਜੀਵ ਵਾਸ਼ਨਾ ਦੇ ਵਿੱਚ ਭੱਜਾ ਰਹਿੰਦਾ ਹੈ ਅਤੇ ਹੋਰ ਦੁਖੀ ਹੁੰਦਾ ਹੈ, ਜੰਮਣ ਮਰਨ ਦੇ ਚੱਕਰ 'ਚ ਪਿਆ ਰਹਿੰਦਾ ਹੈ। ਅਸੀਂ ਸਾਰੇ ਦੁਖੀ ਹਾਂ ਕਿਉਂਕਿ ਜੰਮਣ ਮਰਨ 'ਚ ਪਏ ਹੋਏ ਹਾਂ। ਜੰਮਣ ਮਰਨ ਵੱਡਾ ਵਿਛੋੜਾ, ਬਿਨਸੈ ਜਗ ਸਬਾਏ। ਸਾਰੀ ਦੁਨੀਆ ਨੇ ਜੰਮਣ ਮਰਨ ਦੇ ਚੱਕਰ 'ਚੋਂ ਲੰਘੇ ਆਪਾਂ ਸਾਰੇ। ਇਸ ਜਨਮ ਤੋਂ ਪਹਿਲਾਂ ਵੀ ਸਾਡੇ ਬਹੁਤ ਜਨਮ ਹੋ ਚੁੱਕੇ ਹਨ। ਜੇ ਗੁਰੂ ਨੇ ਕਿਰਪਾ ਨਾ ਕੀਤੀ, ਜੋਤ ਰੂਪ ਨਾ ਹੋਏ, ਉਹਨਾਂ ਚਿਰ ਜਿੰਨਾ ਚਿਰ ਆਤਮਾ ਪਰਮਾਤਮਾ ਇੱਕ ਰੂਪ ਨਹੀਂ ਦਿਸਦੇ, ਜਨਮ ਮਰਨ ਨਹੀਂ ਕੱਟਿਆ ਜਾਂਦਾ। ਜਦੋਂ ਬੂੰਦ ਸਾਗਰ 'ਚ ਜਾ ਕੇ ਮਿਲ ਜਾਂਦੀ ਹੈ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਜਦੋਂ ਆਤਮਾ ਪਰਮਾਤਮਾ 'ਚ ਮਿਲ ਜਾਂਦੀ ਹੈ, ਉਦੋਂ ਬੰਦੇ ਦਾ ਖਹਿੜਾ ਛੁੱਟਦਾ, ਉਹਦੀ ਜੂਨੀ ਕੱਟੀ ਜਾਂਦੀ, ਨਹੀਂ ਤਾਂ ਚੱਲਦਾ ਰਹਿੰਦਾ ਕੰਮ। ਗੁਰਬਾਣੀ ਇਸ ਬਾਰੇ ਰੋਜ਼ ਸਾਨੂੰ ਸੁਚੇਤ ਕਰਦੀ ਰਹਿੰਦੀ। ਜਦੋਂ ਬਾਣੀ ਪੜ੍ਹਦੇ ਹਾਂ, ਬਾਣੀ ਪੜ੍ਹਨ ਦਾ ਕੀ ਫਾਇਦਾ ਹੈ, ਨਾਮ ਜਪਣ ਦਾ ਕੀ ਫਾਇਦਾ ਹੈ, ਬਹੁਤ ਲੋਕ ਸ਼ੰਕਾ ਕਰਦੇ ਹਨ। ਸਾਧ ਸੰਗਤ ਜੀ, ਜਦੋਂ ਬਾਣੀ ਪੜ੍ਹੋਗੇ, ਬਾਣੀ ਤੁਹਾਡੇ ਜੀਵਨ ਬਾਰੇ, ਤੁਹਾਡੀ ਅਸਲੀਅਤ ਬਾਰੇ, ਤੁਹਾਡੀਆਂ ਸਮੱਸਿਆ ਬਾਰੇ, ਤੁਹਾਡੇ ਸਮੱਸਿਆ ਦੇ ਸਮਾਧਾਨ ਬਾਰੇ ਦੱਸੇਗੀ। ਸਭ ਤੋਂ ਵੱਡੀ ਸਮੱਸਿਆ ਗੁਰਬਾਣੀ 'ਚ ਇਹੀ ਦੱਸੀ ਹੈ, ਜੰਮਣ ਮਰਨ ਦੀ, ਔਰ ਦੁੱਖ ਦੀ ਨਿਵਰਤੀ, ਸੁੱਖ ਦੀ ਪ੍ਰਾਪਤੀ। ਸਾਰਿਆਂ ਦਾ ਸਾਂਝਾ ਸਵਾਲ ਹੈ, ਸਾਰਿਆਂ ਦੀ ਸਾਂਝੀ ਮੰਗ ਹੈ। ਗੁਰਬਾਣੀ 'ਚੋਂ ਇਹ ਮਸਲਾ ਹੱਲ ਹੋ ਸਕਦਾ ਹੈ। ਇਸ ਕਰਕੇ ਬਾਬਾ ਜੀ ਦੁਨੀਆ 'ਤੇ ਜਦੋਂ ਆਏ ਨੇ, ਬਾਣੀ ਨਾਲ ਲੈ ਕੇ ਆਏ ਨੇ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਬਾਣੀ ਨੇ ਆ ਕੇ ਸਾਡੇ ਸਵਾਲਾਂ ਦਾ ਜਵਾਬ ਦਿੱਤਾ ਹੈ। ਬਾਣੀ ਨੇ ਆ ਕੇ ਸਾਡੀ ਸਮੱਸਿਆ ਦਾ ਹੱਲ ਕੱਢਿਆ ਅਤੇ ਬਾਣੀ ਨੂੰ ਗਾਉਣ ਵਾਸਤੇ, ਪੜ੍ਹਨ ਵਾਸਤੇ, ਉਹਨੂੰ ਸਮਝਣ ਵਾਸਤੇ ਤਰੀਕੇ ਵੀ ਦੱਸੇ। ਇਹ ਨਹੀਂ ਵੀ ਬਾਣੀ ਲਿਆ ਕੇ ਰੱਖ ਦਿੱਤੀ, ਨਹੀਂ। ਮਹਾਰਾਜ ਕਹਿੰਦੇ ਰਤਨ ਗੁਰੂ ਕਾ ਸ਼ਬਦ ਹੈ, ਕਰ ਕੀਰਤਨ ਖਾਹੋ।
ਮੋਤੀ, ਪ੍ਰਵਾਲ, ਇਹੋ ਜਿਹੀਆਂ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੇ ਰਤਨਾਂ 'ਚ ਆਉਂਦੀਆਂ। 9 ਰਤਨ ਨੇ ਸਾਧ ਸੰਗਤ ਜੀ। ਹੀਰਾ, ਮੋਤੀ, ਪੰਨਾ, ਪੁਖਰਾਜ, ਨੀਲਮ। ਤੁਸੀਂ ਦੇਖਿਆ ਹੋਣਾ ਬਹੁਤ ਲੋਕਾਂ ਨੇ ਅੰਗੂਠੀਆਂ 'ਚ ਪਾਏ ਹੁੰਦੇ ਨੇ, ਮਹਿੰਗੇ ਹੁੰਦੇ ਨੇ, ਪਰ ਉਹ ਇਕੱਲੇ ਹੱਥਾਂ 'ਚ ਪਾਉਣ ਵਾਸਤੇ ਨਹੀਂ ਹੁੰਦੇ, ਉਹਦੀਆਂ ਦਵਾਈਆਂ ਵੀ ਬਣਦੀਆਂ ਨੇ। ਮੋਤੀ ਦੀ ਭਸਮ ਬਣਦੀ ਹੈ, ਮੋਤੀ ਪਿਸ਼ਟੀ ਬਣਦੀ ਹੈ, ਪਰਵਾਲ ਦੀ ਭਸਮ ਬਣਦੀ ਹੈ, ਪਿਸ਼ਟੀ ਬਣਦੀ ਹੈ। ਉਹ ਦਵਾਈਆਂ ਸਰੀਰਕ ਤੌਰ 'ਤੇ ਬੜੀਆਂ ਬਿਮਾਰੀਆਂ ਦਾ ਇਲਾਜ ਕਰਨ 'ਚ ਉਹ ਚੀਜ਼ਾਂ ਕੰਮ ਆਉਂਦੀਆਂ ਨੇ। ਪਰ ਜੇ ਤੁਸੀਂ ਇੱਦਾਂ ਹੀ ਮੋਤੀ ਖਾਣਾ ਚਾਹੋ, ਸਿੱਧਾ ਹੀ ਨਹੀਂ ਖਾ ਸਕਦੇ। ਗਲ 'ਚ ਪਾਏ ਹੁੰਦੇ ਨੇ ਕਈਆਂ ਨੇ ਮੋਤੀ ਮਾਲਾ ਵਿੱਚ, ਉੱਥੋਂ ਤੋੜ ਕੇ ਕੋਈ ਚੱਬ ਲੇਗਾ? ਨਹੀਂ, ਨੁਕਸਾਨ ਹੋ ਸਕਦਾ, ਫਾਇਦਾ ਘੱਟ ਹੋਏਗਾ। ਕਹਿੰਦੇ ਉਹਦਾ ਤਰੀਕਾ ਫਿਰ ਬਣਾਇਆ ਵੈਦ ਲੋਕਾਂ ਨੇ, ਉਹਨੂੰ ਬੜੇ ਤਰੀਕੇ ਨਾਲ ਉਹਨੂੰ ਭਸਮ ਕਰਕੇ ਦੂਜੀਆਂ ਦਵਾਈਆਂ 'ਚ ਮਿਕਸ ਕਰਕੇ ਬੜੇ ਤਰੀਕੇ ਨਾਲ ਖਾਂਦੇ ਆ। ਮੋਤੀ ਵੀ ਖਾਂਦੇ ਲੋਕ, ਪਰਵਾਲ ਵੀ ਖਾਂਦੇ ਆ, ਸੋਨਾ ਵੀ ਖਾਂਦੇ, ਚਾਂਦੀ ਵੀ ਖਾਂਦੇ। ਤਾਂ ਸਵਾਲ ਇਹ ਉੱਠਿਆ ਵੀ ਗੁਰੂ ਕਾ ਸ਼ਬਦ ਰਤਨ ਹੈ, ਗੁਰ ਕਾ ਸ਼ਬਦ ਰਤਨ ਹੈ, ਕਹਿੰਦੇ ਇਹਨੂੰ ਕਿਵੇਂ ਖਾਣਾ? ਭਾਈ ਗੁਰਦਾਸ ਜੀ ਕਹਿੰਦੇ ਰਤਨ ਗੁਰੂ ਕਾ ਸ਼ਬਦ ਹੈ, ਕਰ ਕੀਰਤਨ ਖਾਓ। ਕਹਿੰਦੇ ਗੁਰੂ ਕਾ ਸ਼ਬਦ ਬਾਣੀ ਰਤਨ ਹੈ, ਖਾਣ ਦਾ ਤਰੀਕਾ ਹੈ। ਤਰੀਕੇ ਤੋਂ ਬਿਨਾਂ ਤਾਂ ਤੁਸੀਂ ਕੋਈ ਚੀਜ਼ ਵੀ ਖਾਓਗੇ ਉਹ ਨੁਕਸਾਨ ਕਰੇਗੀ। ਆਟਾ ਕਣਕ ਖਾਓਗੇ ਸਿੱਧਾ ਹੀ ਨਹੀਂ ਲੰਘੇਗਾ, ਰੋਟੀ ਪਕਾ ਕੇ ਖਾਓਗੇ ਬੜੇ ਸਵਾਦ ਨਾਲ ਖਾਵਾਂਗੇ। ਉੱਦਾਂ ਤੁਸੀਂ ਲੈ ਕੇ ਗੋਭੀ ਨੂੰ ਚੱਕ ਮਾਰੋ, ਨਹੀਂ ਖਾਧੀ ਜਾਣੀ। ਜੇ ਸਬਜ਼ੀ ਬਣਾ ਕੇ ਖਾਓਗੇ ਤੜਕਾ ਲਾ ਕੇ, ਤੇ ਉਹ ਸਰੀਰਕ ਤੌਰ 'ਤੇ ਸਵਾਦ ਲੱਗੇਗੀ। ਕੋਈ ਵੀ ਚੀਜ਼ ਹੈ, ਹਰ ਚੀਜ਼ ਦਾ ਤਰੀਕਾ ਹੈ, ਹਰ ਗੱਲ ਦਾ ਕੋਈ ਨਾ ਕੋਈ ਢੰਗ ਹੈ। ਕਹਿੰਦੇ ਇਹ ਬਾਣੀ ਨੂੰ ਪ੍ਰਾਪਤ ਕਰਨ ਦਾ ਤਰੀਕਾ ਕੀ ਹੈ? ਕੀਰਤਨ ਤੇ ਕਥਾ। ਜਦੋਂ ਕੀਰਤਨ ਹੁੰਦਾ, ਸੰਗਤਾਂ ਦਾ ਮਨ ਗੁਰੂ ਨਾਲ, ਪਰਮੇਸ਼ਰ ਨਾਲ ਭਿੱਜਦਾ ਹੈ, ਗਾਈ ਦਾ, ਰੀਝ ਰੀਝ ਕੇ ਗਾਈ ਦਾ, ਸੁਰਤੀ ਜੁੜਦੀ ਹੈ। ਫਿਰ ਕਥਾ ਹੁੰਦੀ ਹੈ, ਅਤੇ ਕਥਾ ਦੇ ਨਾਲ ਵੀ ਮਨ ਦੇ ਸ਼ੰਕੇ ਜਿਹੜੇ ਨੇ ਮਿਟਦੇ ਨੇ, ਤ੍ਰਿਪਤੀ ਹੁੰਦੀ ਹੈ। ਗੁਰੂ ਸਾਹਿਬ ਜੀ ਨੂੰ ਪੁੱਛਿਆ ਸਿੱਖਾਂ ਨੇ, ਮਹਾਰਾਜ ਕਈ ਸਿੱਖ ਬਾਣੀ ਦਾ ਪਾਠ ਕਰਦੇ ਨੇ, ਕਈ ਸਿੱਖ ਬਾਣੀ ਦਾ ਕੀਰਤਨ ਕਰਦੇ ਨੇ, ਅਤੇ ਕਈ ਸਿੱਖ ਬਾਣੀ ਦੀ ਕਥਾ ਕਰਦੇ ਨੇ, ਇਹਦਾ ਵੱਖਰਾ ਵੱਖਰਾ ਮਹਾਤਮ ਦੱਸੋ। ਸਤਿਗੁਰੂ ਕਹਿੰਦੇ ਭਾਈ ਅੰਮ੍ਰਿਤ ਨੂੰ ਕੋਈ ਕਿਸੇ ਤਰੀਕੇ ਨਾਲ ਵੀ ਪੀ ਲਏ ਨਾ, ਉਹਨੇ ਅਸਰ ਕਰਨਾ ਹੀ ਕਰਨਾ ਹੈ। ਪਰ ਜਿਹੜੇ ਸਿੱਖ ਬਾਣੀ ਦਾ ਪਾਠ ਕਰਦੇ ਨੇ ਔਰ ਕੀਰਤਨ ਕਰਦੇ ਨੇ, ਕਥਾ ਕਰਦੇ ਨੇ, ਉਹਦਾ ਤੁਸੀਂ ਫਰਕ ਪੁੱਛਿਆ ਤਾਂ ਇਸ ਤਰ੍ਹਾਂ ਸਮਝ ਲਓ ਵੀ ਜਿਵੇਂ ਖੂਹ ਦੀ ਪੈਲੀ ਹੁੰਦੀ ਹੈ, 5, 7, 10 ਕਿੱਲੇ ਖੂਹ ਦੀ ਪੈਲੀ। ਇੱਕ ਖੂਹ ਕਹਿੰਦੇ 25 ਕਿੱਲਿਆਂ 'ਚ ਘੱਟੋ ਘੱਟ ਕੰਮ ਕਰ ਸਕਦਾ। ਪੁਰਾਣੇ ਜ਼ਮਾਨੇ 'ਚ ਜਿਹੜੇ ਬਜ਼ੁਰਗ ਪਾਕਿਸਤਾਨੋਂ ਆਏ ਨੇ ਜਾਂ ਪੁਰਾਣੇ ਪੰਜਾਬ ਵਿੱਚ ਵੀ 25 ਏਕੜ ਦੀ ਜਗ੍ਹਾ ਨੂੰ ਮੁਰੱਬਾ ਕਹਿੰਦੇ ਸੀ। ਮੁਰੱਬਾ 25 ਕਿੱਲਿਆਂ ਦਾ ਮੁਰੱਬਾ। 25 ਕਿੱਲਿਆਂ ਦੇ ਮੁਰੱਬੇ ਦੇ ਵਿੱਚ ਇੱਕ ਖੂਹ ਘੱਟੋ ਘੱਟ ਲਵਾਉਂਦੇ ਸੀ। ਅੰਗਰੇਜ਼ ਮੁਰੱਬੇ ਦਿੰਦੇ ਸੀ, ਅਤੇ ਉਦੋਂ ਜਦੋਂ ਪੰਜਾਬ 'ਚ ਉਹਨਾਂ ਦਾ ਹਿੰਦੁਸਤਾਨ 'ਚ ਰਾਜ ਸੀ, ਅਤੇ ਉਹ ਇੱਕ ਮੁਰੱਬੇ 'ਚ 25 ਕਿੱਲਿਆਂ ਦੇ ਵਿੱਚ ਇੱਕ ਖੂਹ ਹੁੰਦਾ ਸੀ। 2 ਮੁਰੱਬੇ ਦੇ 2 ਖੂਹ ਲਵਾ ਲਓ, ਇੱਦਾਂ ਹੁੰਦਾ ਸੀ। ਅੰਦਾਜ਼ਾ ਜਿਹਾ ਸੀ ਵੀ ਜ਼ਰੂਰੀ ਤਾਂ ਨਹੀਂ ਵੀ 25 ਕਿੱਲੇ ਹੋਣ, ਕਿਸੇ ਦੇ 2, 4, 10 ਕਿੱਲਿਆਂ 'ਚ ਵੀ ਖੂਹ ਲਵਾ ਲੈਂਦੇ ਸੀ ਕਈ, ਕੋਈ ਇਸ ਤੋਂ ਵੱਧ ਘੱਟ ਵੀ। ਉਹਦਾ ਮਤਲਬ ਸੀ ਵੀ ਅੰਦਾਜ਼ਾ ਸੀ ਪੱਕਾ ਵੀ 25 ਕਿੱਲਿਆਂ ਨੂੰ, 25, 30 ਕਿੱਲਿਆਂ ਨੂੰ, 20 ਕਿੱਲਿਆਂ ਨੂੰ ਪਾਣੀ ਦੇਣਾ ਤਾਂ ਇੱਕ ਖੂਹ ਕੰਮ ਦੇ ਦਿੰਦਾ। ਕਹਿੰਦੇ ਖੂਹ ਦੀ ਪੈਲੀ ਹੁੰਦੀ ਹੈ, ਅਤੇ ਉਹਦੇ ਵਿੱਚੋਂ ਪਾਣੀ ਪਹਿਲਾਂ ਹਲਟਾਂ ਟਿੰਡਾਂ ਨਾਲ ਕੱਢਦੇ ਸੀ। ਅੱਜ ਕੱਲ੍ਹ ਟਿਊਬਵੈੱਲ ਚੱਲ ਗਏ, ਗੱਲ ਤਾਂ ਇੱਕੋ ਹੀ ਹੈ। ਉਹ ਜਿਹੜਾ ਟਿਊਬਵੈੱਲ ਦਾ ਪਾਣੀ ਹੈ ਜਾਂ ਹਾਰਟ ਦਾ ਪਾਣੀ ਖੂਹ ਦਾ, ਉਹ ਲਾਗੇ ਬੰਨੇ 2, 4 ਕਿੱਲਿਆਂ ਨੂੰ, 5, 7, 10 ਕਿੱਲਿਆਂ ਨੂੰ, ਹੱਦ 25, 30 ਕਿੱਲਿਆਂ ਨੂੰ
ਉਹ ਪਾਣੀ ਦਿੰਦਾ। ਜਿਹੜੇ ਜ਼ਿਮੀਂਦਾਰ ਦੇ ਖੇਤਾਂ 'ਚ ਖੂਹ ਲੱਗਾ ਹੁੰਦਾ ਉਹ ਆਪਣੀ ਪੈੜੀ ਨੂੰ ਪਾਣੀ ਦੇ ਲੈਂਦਾ। ਕਹਿੰਦੇ ਉਹਦੇ ਲਾਗੇ ਬੰਨੇ ਕਿਸੇ ਹੋਰ ਦਾ ਖੇਤ ਹੋਵੇ, ਗੁਆਂਢੀ ਦਾ, ਉਹਦੇ ਵੀ ਉਹ 2-4 ਕਿੱਲਿਆਂ ਨੂੰ ਪਾਣੀ ਦੇ ਸਕਦਾ। ਪਰ ਜੇ ਕਹੀਏ ਵੀ ਖੂਹ ਦਾ ਪਾਣੀ ਸਾਰੇ ਜ਼ਿਲ੍ਹੇ ਨੂੰ, ਸਾਰੀ ਸਟੇਟ ਨੂੰ, ਉਹ ਨਹੀਂ ਪੂਰਾ ਹੁੰਦਾ, ਪੂਰੇ ਇਲਾਕੇ ਨੂੰ ਨਹੀਂ ਹੁੰਦਾ। ਕਹਿੰਦੇ ਉਹਦੇ ਵਾਸਤੇ ਫਿਰ ਕੁਦਰਤ ਨੇ ਬੰਦੋਬਸਤ ਕੀਤਾ ਵੀ ਪ੍ਰਮਾਤਮਾ ਮਿਹਰ ਕਰੇ, ਮੀਂਹ ਪਵੇ ਜ਼ੋਰ ਦਾ ਮੀਂਹ ਪੈਂਦਾ। ਫਿਰ ਨੇੜੇ ਦੂਰ ਸਾਰੀ ਧਰਤੀ ਹਰੀ ਭਰੀ, ਫਿਰ ਜਲ ਥਲ ਹੋ ਜਾਂਦਾ। ਜਿੱਥੇ ਖੂਹ ਦਾ ਪਾਣੀ ਨਹੀਂ ਕੰਮ ਕਰਦਾ ਉੱਥੇ ਮੀਂਹ ਦਾ ਪਾਣੀ ਕੰਮ ਕਰਦਾ। ਪਰ ਜਿਹੜਾ ਮੀਂਹ ਦਾ ਪਾਣੀ ਹੈ ਉਹ ਵੀ ਨੀਵੀਆਂ ਥਾਵਾਂ 'ਤੇ ਜਾ ਖਲੋਂਦਾ, ਉੱਚੇ ਟਿੱਬੇ ਰਹਿ ਜਾਂਦੇ ਆ। ਆਖੋ ਵਾਹਿਗੁਰੂ। ਜਿਹੜੇ ਉੱਚੇ ਟਿੱਬੇ ਨੇ ਉੱਥੇ ਮੀਂਹ ਦਾ ਪਾਣੀ ਨਹੀਂ ਖਲੋਂਦਾ, ਉਹ ਥੱਲੇ ਨੂੰ ਆ ਕੇ ਨੀਵੇਂ ਖੇਤਾਂ 'ਚ ਖੜ੍ਹ ਜਾਂਦਾ, ਉੱਚੇ ਖੇਤਾਂ 'ਚ ਨਹੀਂ ਖੜ੍ਹਦਾ। ਉਹਦੇ ਵਾਸਤੇ ਫਿਰ ਪਰਮੇਸ਼ਰ ਨੇ ਹੋਰ ਬੰਦੋਬਸਤ ਕੀਤਾ। ਜਦੋਂ ਮੀਂਹ ਜ਼ੋਰ ਦਾ ਪੈ ਕੇ ਹਟ ਜਾਂਦਾ, ਪਿੱਛੋਂ ਝੜੀ ਲੱਗ ਜਾਂਦੀ ਹੈ। ਪੰਜਾਬੀ 'ਚ ਕਹਿੰਦੇ ਆ ਝੜੀ, ਅਤੇ ਇੱਧਰ ਅੰਗਰੇਜ਼ੀ ਵਾਲੇ ਡਰਿਜਲਿੰਗ ਕਹਿੰਦੇ ਆ। ਨਿੱਕੀ ਨਿੱਕੀ ਬੂੰਦ ਜਿਹਨੂੰ ਆਪਾਂ ਫੁਹਾਰ ਜਾਂ ਫੂਡ ਵੀ ਕਹਿ ਦਿੰਦੇ ਹਾਂ। ਮਹਿਸੂਸ ਵੀ ਨਹੀਂ ਹੁੰਦੀ ਕਈ ਵਾਰੀ ਵੀ ਮੀਂਹ ਪੈ ਰਿਹਾ, ਇੰਨੀ ਬਰੀਕ ਹੁੰਦੀ ਹੈ। ਉਹ ਜਿਹੜੀ ਬਰੀਕ ਹੁੰਦੀ ਹੈ ਨਾ ਕਣੀ, ਨਿੱਕੀ 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 ਨਿੱਕੀ, ਉਹ ਜਿੱਥੇ ਪੈਂਦੀ ਉੱਥੇ ਹੀ ਧੱਸ ਜਾਂਦੀ, ਉਹਦਾ ਪਾਣੀ ਰੁੜਦਾ ਨਹੀਂ। ਉਹ ਫਿਰ ਟਿੱਬੇ ਹੁੰਦੇ ਉੱਚੇ ਉੱਚੇ, ਉਹਨਾਂ ਦੇ ਵਿੱਚ ਉਹਦੀ ਕਣੀ ਧੱਸ ਜਾਂਦੀ ਹੈ ਅਤੇ ਉਹ ਪਾਣੀ ਜਾਂਦਾ ਨਹੀਂ, ਰਿੜ ਕੇ ਨਹੀਂ ਜਾਂਦਾ। ਸਤਿਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ, ਸਿੱਖੋ, ਜਿਹੜਾ ਗੁਰੂ ਕਾ ਸਿੱਖ ਬਾਣੀ ਦਾ ਪਾਠ ਕਰਦਾ ਨਾ, ਪਾਠ ਨਿਤਨੇਮ ਕਰਦਾ, ਜਾਂ ਸੁਖਮਨੀ ਸਾਹਿਬ ਪੜ੍ਹਦਾ, ਜਾਂ ਮਹਾਰਾਜ ਦਾ ਸਹਿਜ ਪਾਠ ਕਰਦਾ, ਪਾਠੀ ਸਿੰਘ, ਉਹ ਆਪਣੇ ਖੇਤਾਂ ਨੂੰ ਪਾਣੀ ਦੇ ਲੈਂਦਾ। ਉਹਦੇ ਮਨ ਨੂੰ ਸ਼ਾਂਤੀ ਆ ਗਈ। ਉਹਦੇ ਲਾਗੇ ਬੰਨੇ ਦੂਸਰਾ ਕੋਈ ਇੱਕ ਸਿੱਖ ਬੈਠਾ ਹੋਵੇ ਜਾਂ 2 ਬੈਠੇ ਹੋਣ, ਜਿਵੇਂ ਖੂਹ ਦਾ ਪਾਣੀ ਲਾਗੇ ਨਾਲਦਿਆਂ ਨੂੰ ਵੀ ਮਿਲ ਜਾਂਦਾ, ਇੱਦਾਂ ਗੁਰੂ ਕੀ ਬਾਣੀ ਨਾਲਦਿਆਂ ਨੂੰ ਵੀ 2-4 ਨੂੰ ਪਾਠ ਦੁਆਰਾ ਸੁਣਾਈ ਜਾ ਸਕਦੀ ਹੈ। ਪਰ ਜੇ ਦੀਵਾਨ ਲੱਗਾ ਹੋਵੇ, ਸੰਗਤ ਬਹੁਤ ਬੈਠੀ ਹੋਵੇ, 1000-2000 ਸਿੱਖ ਬੈਠੇ ਹੋਣ, ਫਿਰ ਕਹਿੰਦੇ ਖੂਹ ਦਾ ਪਾਣੀ ਨਹੀਂ, ਪਾਠ ਨਾਲ ਨਹੀਂ ਗੱਲ ਬਣਦੀ। ਫਿਰ ਮੀਂਹ ਪੈਣਾ ਚਾਹੀਦਾ, ਜ਼ੋਰ ਦਾ ਮੀਂਹ ਪਵੇ। ਉਹ ਕਿਵੇਂ ਪੈਂਦਾ? ਜਦੋਂ ਕੀਰਤਨ ਹੁੰਦਾ, ਰਾਗੀ ਸਿੰਘ ਸਾਜ਼ ਵਜਾ ਕੇ, ਰਬਾਬ ਵਜਾ ਕੇ, ਮ੍ਰਿਦੰਗ ਵਜਾ ਕੇ, ਪਖਾਵਜ, ਜੋੜੀ ਵਜਾ ਕੇ, ਅਤੇ ਜਦੋਂ ਕੀਰਤਨ ਉੱਚਾ ਉੱਚਾ ਅਲਾਪ ਕਰਕੇ ਗਾਉਂਦੇ ਨੇ, ਰੀਝ ਕੇ ਰਾਗਾਂ 'ਚ, ਫਿਰ ਨੇੜੇ ਦੂਰ ਦਾ ਸਵਾਲ ਨਹੀਂ, ਸਾਰਿਆਂ ਨੂੰ ਸੁਣਾਈ ਦਿੰਦਾ, ਸਾਰਿਆਂ ਦਾ ਮਨ ਜੁੜ ਜਾਂਦਾ। ਰਾਗ ਵਿੱਚ ਵੀ ਸ਼ਕਤੀ ਹੈ, ਬਾਣੀ 'ਚ ਵੀ ਸ਼ਕਤੀ ਹੈ। ਫਿਰ ਸਾਰੀਆਂ ਸੰਗਤਾਂ ਤ੍ਰਿਪਤ ਹੋ ਜਾਂਦੀਆਂ। ਕਹਿੰਦੇ ਜਿਹੜਾ ਕੀਰਤਨ ਦਾ ਅਸਰ ਹੈ ਉਹਨਾਂ ਗੁਰਸਿੱਖਾਂ ਦੇ ਮਨ 'ਤੇ ਜ਼ਿਆਦਾ ਹੁੰਦਾ ਹੈ ਜਿਨ੍ਹਾਂ ਦੇ ਮਨ ਨੀਵੇਂ ਹੁੰਦੇ। ਅਰਦਾਸੇ 'ਚ ਆਪਾਂ ਪੜ੍ਹਦੇ ਨਾ, ਸਿੱਖਾਂ ਦਾ ਮਨ ਨੀਵਾਂ ਅਤੇ ਮੱਤ ਉੱਚੀ। ਮਨ ਨੀਵਾਂ, ਮੱਤ ਉੱਚੀ। ਮਨ ਨੀਵਾਂ ਹੁੰਦਾ ਜਿਨ੍ਹਾਂ ਦਾ, ਉਹਨਾਂ ਨੂੰ ਗੁਰੂ ਕੀ ਬਾਣੀ ਦਾ ਕੀਰਤਨ ਬਹੁਤ ਆਨੰਦ ਦਿੰਦਾ, ਬਹੁਤ ਛੇਤੀ ਤ੍ਰਿਪਤ ਹੋ ਜਾਂਦੇ। ਪਰ ਜਿਨ੍ਹਾਂ ਦੇ ਮਨ 'ਚ ਕੁਝ ਸਵਾਲ ਹੁੰਦੇ ਨੇ, ਕੁਝ ਆਪਣੀ ਪੜ੍ਹਾਈ ਦੀ, ਆਪਣੀ ਬੁੱਧੀ ਦੀ, ਅਕਲ ਦੀ ਉਚਾਈ ਹੁੰਦੀ ਹੈ, ਕਹਿ ਲਓ ਵੀ ਟਿੱਬਾ ਵੀ ਹੁੰਦਾ, ਉਹਦੇ ਵਾਸਤੇ ਫਿਰ ਨਿੱਕੀ ਨਿੱਕੀ ਕਣੀ ਚਾਹੀਦੀ। ਉਹ ਗੁਰੂ ਕੀ ਬਾਣੀ ਦੀ ਕਥਾ ਹੁੰਦੀ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਜਦੋਂ ਨਿੱਕੀ ਨਿੱਕੀ ਕਣੀ ਪੈਂਦੀ ਕੀਰਤਨ ਤੋਂ ਬਾਅਦ, ਕਥਾ ਸ਼ੁਰੂ ਹੋ ਜਾਂਦੀ, ਅਤੇ ਬਸ ਫਿਰ ਉਹ ਜਿਹੜੇ ਟਿੱਬੇ ਹਨ ਉਹਨਾਂ ਦੇ ਵਿੱਚ ਉਹ ਜਾ ਕੇ ਮਨਾਂ ਦੇ ਵਿੱਚ ਉਹਨਾਂ ਨੂੰ ਵੀ ਹਰੇ ਭਰੇ ਕਰ ਦਿੰਦੀ ਹੈ। ਉਹ ਵੀ ਆਨੰਦ 'ਚ ਹੋ ਜਾਂਦੇ।
ਗੁਰੂ ਨਾਨਕ ਦੇਵ ਜੀ ਇਹ ਦਾਤ ਸਾਡੇ ਲਈ ਲੈ ਕੇ ਆਏ ਗੁਰਬਾਣੀ ਦੀ। ਇਹਨੂੰ ਪਾਠ ਦੁਆਰਾ ਵੀ, ਕੀਰਤਨ ਦੁਆਰਾ ਵੀ ਤੇ ਕਥਾ ਦੁਆਰਾ ਛਕਿਆ ਜਾ ਸਕਦਾ ਹੈ। ਰਤਨ ਗੁਰੂ ਕਾ ਸ਼ਬਦ ਹੈ, ਕਰ ਕੀਰਤਨ ਖਾਹੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਸੋ ਮਹਾਰਾਜ ਨੇ ਆਸਾ ਦੀ ਵਾਰ ਉਚਾਰਨ ਕੀਤੀ। ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਨੇ ਬੜੀ ਵੱਡੀ ਦਾਤ, ਕੀਰਤਨ ਕਥਾ ਦੀ ਦਾਤ, ਉੱਧਰੋਂ ਫਿਰ ਲੰਗਰ ਦੀ ਦਾਤ, ਪ੍ਰਸ਼ਾਦੇ ਦੀ 20 ਰੁਪਈਆਂ ਦਾ ਲੰਗਰ ਲਾਇਆ, ਸਾਰੀ ਦੁਨੀਆ ਛਕੀ ਜਾਂਦੀ। ਇਸ ਤੋਂ ਇਲਾਵਾ ਬਾਬਾ ਜੀ ਨੇ ਸਾਨੂੰ ਜੀਵਨ ਜਾਚ, ਰਹਿਣੀ ਬਹਿਣੀ, ਗ੍ਰਸਤ ਵਿੱਚ ਰਹਿ ਕੇ ਪਰਮੇਸ਼ਰ ਨੂੰ ਮਿਲਣਾ, ਕੋਈ ਪੱਖ ਮਹਾਰਾਜ ਨੇ ਅਧੂਰਾ ਨਹੀਂ ਛੱਡਿਆ। 10 ਜਾਮਿਆਂ ਵਿੱਚ ਖਾਲਸੇ ਨੂੰ ਪੂਰਾ ਕਰਨ ਲਈ, ਤਿਆਰ ਬਰ ਤਿਆਰ ਕਰਨ ਲਈ ਸਾਰਾ ਕੁਝ, ਭਗਤੀ ਵੀ ਦਿੱਤੀ, ਫਿਰ ਸ਼ਕਤੀ ਵੀ ਦਿੱਤੀ। 5 ਜਾਮਿਆਂ 'ਚ ਮਹਾਰਾਜ ਭਗਤੀ ਰੂਪ ਧਾਰਨ ਕਰਕੇ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ 5 ਪਿਆਲੇ, 5 ਪੀਰ। 5 ਪਿਆਲੇ ਕਿਹੜੇ ਨੇ ਸਾਧ ਸੰਗਤ ਜੀ? ਸਤ, ਸੰਤੋਖ, ਦਇਆ, ਧਰਮ ਤੇ ਧੀਰਜ। ਇਹ 5 ਪਿਆਲੇ ਨੇ। ਸਤ, ਸੰਤੋਖ, ਦਇਆ, ਧਰਮ ਤੇ ਧੀਰਜ। ਧੀਰਜ ਦਾ ਪਿਆਲਾ ਗੁਰੂ ਅਰਜਨ ਦੇਵ ਜੀ ਨੇ ਪੀਤਾ। ਬ੍ਰਹਮ ਗਿਆਨੀ ਕਾ ਧੀਰਜ ਏਕ, ਜਿਉ ਬਸਦਾ ਕੋਉ ਖੋਦਾ ਕੋਉ ਚੰਦਨ ਲੇਪ। ਬ੍ਰਹਮ ਗਿਆਨੀ ਨੂੰ ਧਰਤੀ ਵਰਗੀ ਧੀਰਜ ਹੁੰਦੀ। ਧਰਤੀ ਨੂੰ ਕੋਈ ਪੱਟ ਦੇਵੇ, ਖੋਲ ਦੇਵੇ, ਉੱਤੇ ਗੰਦਗੀ ਸੁੱਟ ਦੇਵੇ, ਧਰਤੀ ਦੇ ਉੱਤੇ ਕੋਈ ਚੰਦਨ ਦਾ ਲੇਪ ਕਰ ਦੇਵੇ, ਕੋਈ ਧਰਤੀ ਦੀ ਪੂਜਾ ਕਰੇ ਤੇ ਭਾਵੇਂ ਕੋਈ ਧਰਤੀ ਦੀ ਬੇਅਦਬੀ ਕਰੇ, ਧਰਤੀ ਦੋਵਾਂ ਨੂੰ ਇੱਕੋ ਜਿਹਾ ਹੀ ਸਮਝਦੀ ਹੈ। ਉਹ ਕੁਛ ਬੋਲਦੀ ਨਹੀਂ। ਪੁੱਟਣ ਵਾਲਿਆਂ ਨੂੰ ਧਰਤੀ ਸਰਾਪ ਨਹੀਂ ਦਿੰਦੀ ਤੇ ਪੂਜਣ ਵਾਲਿਆਂ ਨੂੰ ਵਰ ਨਹੀਂ ਦਿੰਦੀ। ਲੱਖਾਂ ਲੋਕ ਧਰਤੀ ਪੁੱਟਦੇ ਹਨ ਤੇ ਲੱਖਾਂ ਲੋਕ ਧਰਤੀ ਨੂੰ ਮਾਤਾ ਕਹਿ ਕੇ ਪੂਜਦੇ ਵੀ ਹਨ, ਪਰ ਉਹ ਆਪਣੇ ਸਮਾਨ ਬਿਰਤੀ 'ਚ ਰਹਿੰਦੀ, ਧੀਰਜ ਰੱਖਦੀ। ਬ੍ਰਹਮ ਗਿਆਨੀ ਇੱਦਾਂ ਹੁੰਦਾ, ਤੱਤੀ ਤਵੀ 'ਤੇ ਬਹਿ ਕੇ ਵੀ ਮਹਾਰਾਜ ਪੰਜਵੇਂ ਪਾਤਸ਼ਾਹ ਤੇਰਾ ਕੀਆ ਮਿੱਠਾ ਲੱਗ, ਸ਼ਾਂਤੀ ਆਨੰਦ ਵਿੱਚ ਰਹੇ ਹਨ। ਫਿਰ 6ਵੇਂ ਜਾਮੇ 'ਚ ਛਟਮ ਪੀਰ ਬੈਠਾ ਗੁਰ ਭਾਰੀ। 6ਵੇਂ ਜਾਮੇ 'ਚ ਪਿਆਲਾ ਪੀਤਾ ਵੀਰ ਰਸ ਦਾ। ਇਹ ਵੀ ਜ਼ਰੂਰੀ ਸੀ, ਨਹੀਂ ਤੇ ਮਜਲੂਮ ਬਣਾ ਕੇ ਧਰਮ ਕਰਮ ਸਾਰਾ ਖੋਹ ਲੈਣਾ ਸੀ। ਪੂਜਾ ਪਾਠ, ਮੰਦਰ, ਗੁਰਦੁਆਰੇ ਬੰਦ ਹੋ ਜਾਣੇ ਸੀ, ਕੋਈ ਜਪ ਤਪ ਹੋਣ ਨਹੀਂ ਸੀ ਦੇਣਾ। ਤੇ ਮਹਾਰਾਜ ਸਾਹਿਬ ਜੀ ਨੇ ਮੀਰੀ ਪੀਰੀ ਦੇ ਤੇਗਾਂ ਧਾਰਨ ਕਰਕੇ, ਫੌਜਾਂ ਤਿਆਰ ਕਰਕੇ ਜ਼ਾਲਮ ਨੂੰ ਟੱਕਰ ਦਿੱਤੀ ਪੂਰੀ। ਤੇ ਫਿਰ 10ਵੇਂ ਜਾਮੇ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜਾ ਕਾਰਜ 6ਵੇਂ ਪਾਤਸ਼ਾਹ ਨੇ ਸ਼ੁਰੂ ਕੀਤਾ ਸੀ, ਗੁਰੂ ਨਾਨਕ ਦੇਵ ਜੀ ਨੇ ਉਹ ਸੰਪੂਰਨ ਕਰਕੇ ਖਾਲਸਾ ਬਣਾ ਦਿੱਤਾ। ਭਗਤੀ, ਸ਼ਕਤੀ, ਸ਼ਾਂਤੀ, ਕ੍ਰਾਂਤੀ, ਸਾਰਾ ਕੁਝ ਦਿੱਤਾ। ਐਸੀ ਵਸਤ ਜਗਤ ਮੇਂ ਨਾਹੀ, ਜੋ ਮੈਂ ਦਈ ਖਾਲਸੇ ਨਾਹੀ। ਐਸੀ ਵਸਤੂ ਸੰਸਾਰ 'ਚ ਹੈ ਨਹੀਂ ਜਿਹੜੀ ਮੈਂ ਆਪਣੇ ਖਾਲਸੇ ਨੂੰ ਦਿੱਤੀ ਨਾ ਹੋ। ਜੋ ਕੁਝ ਹੈ ਸੋ ਦੇ ਦਿੱਤਾ, ਸਾਰਾ ਕੁਝ ਦੇ ਦਿੱਤਾ। ਤੇ ਪੂਰਨ ਕਰਕੇ ਸੱਚੇ ਪਾਤਸ਼ਾਹ ਜੀ ਨੇ ਪੰਥ ਨੂੰ ਜਦੋਂ ਹਜ਼ੂਰ ਸਾਹਿਬ ਪਹੁੰਚੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ। ਚਮਕੌਰ ਸਾਹਿਬ ਦੀ ਗੜੀ 'ਚ 5 ਪਿਆਰਿਆਂ ਨੂੰ ਗੁਰਤਾ ਗੱਦੀ ਦਿੱਤੀ। ਅੱਜ ਬਹੁਤ ਘੱਟ ਪ੍ਰਚਾਰ ਹੈ ਇਸ ਗੱਲ ਦਾ, ਪਰ ਆਪਣੇ ਪੁਰਾਤਨ ਗ੍ਰੰਥ ਸਾਰੇ ਬੋਲਦੇ ਨੇ। ਗੁਰਪ੍ਰਤਾਪ ਸੂਰਜ ਹੋਰ ਸਾਰੇ ਗ੍ਰੰਥਾਂ 'ਚ ਕਥਾ ਹੁੰਦੀ ਵੀ ਚਮਕੌਰ ਦੀ ਗੜੀ 'ਚ 5 ਨੂੰ ਮਾਰੇ ਖੜੇ ਕਰਕੇ 5 ਕੇ ਸੀਸ ਨਵਾ ਕੇ ਕਹਿਣ ਲੱਗੇ, ਗੁਰੂ ਖਾਲਸਾ ਖਾਲਸਾ ਗੁਰੂ, ਅਬ ਤੇ ਹੋਏ ਐਸੀ ਬਿਦ ਸ਼ੁਰੂ। ਸਿੱਖ ਪੰਚਨ ਮੈਂ ਮੇਰੋ ਵਾਸਾ, 5 ਸਿੰਘਾਂ 'ਚ ਮੇਰਾ ਵਾਸਾ ਹੈ। ਜੋ ਵੀ ਕੁਝ ਕਰਨਗੇ 5 ਸਿੰਘ ਕਰਨਗੇ। ਹਜ਼ੂਰ ਸਾਹਿਬ ਜਾ ਕੇ ਮਹਾਰਾਜ 5 ਸਿੰਘਾਂ ਨੂੰ ਤੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਮਿਕ ਕਰਤਾ। ਗ੍ਰੰਥ ਪੰਥ ਗੁਰਮਾਨੀ ਹੈ। ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਇੱਕ ਰੂਪ ਹੀ ਹੈ। ਤੇ ਉੱਥੇ ਸੱਚੇ ਪਾਤਸ਼ਾਹ ਜੀ ਨੇ ਪੁਰਾਤਨ ਆਪਣਾ ਜਿਹੜਾ ਤਪ ਸਥਾਨ ਸੀ ਨਾ, ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਇਹ ਮਹਾਰਾਜ ਦਾ ਪੁਰਾਤਨ ਤਪ ਸਥਾਨ ਹੈ ਗੋਦਾਵਰੀ ਦੇ ਕੰਢੇ। ਸਤਿਯੁਗ ਦੇ ਵਿੱਚ ਸੱਚੇ ਪਾਤਸ਼ਾਹ ਜੀ ਇੱਥੇ ਤਪ ਕੀਤਾ ਜੁਗਾਂ ਪਰਯੰਤ।
ਹਜ਼ੂਰ ਸਾਹਿਬ ਤੋਂ ਬਾਅਦ ਫਿਰ ਹੇਮਕੁੰਟ ਸਾਹਿਬ ਵਾਲਾ ਤਪ ਸਥਾਨ ਪ੍ਰਗਟ ਕੀਤਾ ਮਹਾਰਾਜ ਨੇ। ਪਹਿਲਾਂ ਇੱਥੇ ਕੀਤਾ ਹਜ਼ੂਰ ਸਾਹਿਬ। ਮਾਤਾ ਜੀ ਨੇ ਵੀ, ਮਾਤਾ ਸਾਹਿਬ ਦੇਵਾਂ ਜੀ ਨੇ ਵੀ ਉੱਥੇ ਤਪ ਕੀਤਾ। ਮਾਤਾ ਜੀ ਅਕਾਲ ਪੁਰਖ ਦੀ ਸ਼ਕਤੀ ਹੈ। ਮਾਂ ਮਾਇਆ ਤਾਂ ਕੀ ਹੈ ਛਾਇਆ। ਸਾਧ ਸੰਗਤ ਜੀ, ਇਹ ਡੂੰਘਾ ਫਲਸਫਾ ਹੈ ਵੀ ਪਰਮੇਸ਼ਰ ਦੀ ਮਾਇਆ ਕਿਆ ਪਰਮੇਸ਼ਰ ਤੋਂ ਵੱਖਰੀ ਹੈ ਕਿ ਪਰਮੇਸ਼ਰ ਦੇ ਵਿੱਚ ਹੀ ਹੈ ਪਰਮੇਸ਼ਰ ਦੇ ਵਿੱਚ ਹੀ ਹੈ ਮਾਇਆ। ਪਰ ਜਦੋਂ ਉਹਨੇ ਕੰਮ ਕਰਨਾ ਹੁੰਦਾ ਫਿਰ ਵੱਖਰੀ ਹੋ ਕੇ ਖੜ ਜਾਂਦੀ। ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿਠੋ ਚਾਹੋ। ਦੂਈ ਕੁਦਰਤ ਮਾਇਆ ਨੂੰ ਕਿਹਾ। ਪਰਮੇਸ਼ਰ ਦੀ ਮਾਇਆ, ਪਰਮੇਸ਼ਰ ਦੇ, ਜਿਵੇਂ ਕੋਈ ਦਰਖਤ ਖੜਾ ਹੋਵੇ, ਐਗਜ਼ੈਂਪਲ ਵੀ ਦਰਖਤ ਖੜਾ ਹੋਵੇ, ਉਹਦੀ ਪਰਛਾਈ ਨਾਲ ਪੈਂਦੀ ਜ਼ਮੀਨ ਦੇ ਉੱਤੇ। ਅੱਛਾ ਇਹ ਦੱਸੋ, ਉਹ ਦਰਖਤ ਤੋਂ ਬਿਨਾਂ ਹੋ ਸਕਦੀ ਹੈ ਪਰਛਾਈ? ਪਰਛਾਈ ਦਰਖਤ ਦੇ ਨਾਲ ਹੀ ਹੈ, ਪਰ ਦਿਸਦੀ ਵੱਖਰੀ ਹੈ। ਦਰਖਤ ਇੱਧਰ ਖੜਾ, ਉਹ ਪਰਛਾਈ ਜ਼ਮੀਨ 'ਤੇ ਹੈ। ਇੱਦਾਂ ਮਾਇਆ ਪਰਮੇਸ਼ਰ ਦੇ ਨਾਲ ਹੈ, ਪਰ ਪਰਮੇਸ਼ਰ ਤੋਂ ਭਿੰਨ ਹੋ ਕੇ ਕਾਰਜ ਕਰਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਆਪਣੀ ਕੁਦਰਤ 'ਚ ਬੈਠਾ ਉਹਨੂੰ ਦੇਖਦਾ ਹੈ। ਮਾਤਾ ਸਾਹਿਬ ਦੇਵਾਂ ਜੀ ਜਾਨ ਖਾਲਸੇ ਦੇ ਮਾਤਾ ਜੀ, ਇਹ ਮਹਾਰਾਜ ਅਕਾਲ ਪੁਰਖ ਦੀ ਸ਼ਕਤੀ ਮਹਾਰਾਜ ਤੋਂ ਵੱਖਰੀ ਨਹੀਂ, ਪਰ ਮਹਾਰਾਜ ਤੋਂ ਵੱਖਰੀ ਹੋ ਕੇ ਸੰਸਾਰ ਨੂੰ ਪੈਦਾ ਕੀਤਾ। ਇੱਥੇ ਸ੍ਰੀ ਹੇਮਕੁੰਟ ਸਾਹਿਬ ਤੋਂ ਪਹਿਲਾਂ ਤਪ ਕੀਤਾ। ਮਾਤਾ ਜੀ ਦਾ ਸਥਾਨ ਵੀ ਗੋਦਾਵਰੀ ਦੇ ਕੰਢੇ 'ਤੇ, ਅਤੇ ਸਤਿਗੁਰੂ ਜੀ ਦਾ ਵੀ ਜਿਹੜਾ ਸੱਚਖੰਡ ਤਖਤ ਸਾਹਿਬ ਹੈ, ਮਹਾਰਾਜ ਦਾ ਤਪ ਸਥਾਨ। ਨਗੀਨੇ ਘਾਟ ਤੋਂ ਤੀਰ ਮਾਰ ਕੇ ਸੱਚਖੰਡ ਪ੍ਰਗਟ ਕੀਤਾ। ਮੁਸਲਮਾਨ ਕਹਿਣ ਲੱਗੇ ਸਾਡਾ ਮਕਬਰਾ ਬਣਿਆ ਹੋਇਆ। ਮਹਾਰਾਜ ਕਹਿੰਦੇ ਕਦੋਂ ਦਾ ਬਣਿਆ? ਕਹਿੰਦੇ 200 ਸਾਲ ਹੋਏ। ਮਹਾਰਾਜ ਕਹਿੰਦੇ 200 ਸਾਲ ਤੇ ਕੱਲ੍ਹ ਦੀ ਗੱਲ ਹੈ, ਸਾਡਾ ਸਤਿਯੁਗ ਦਾ। ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਸਤਿਯੁਗ ਕੀ ਹੁੰਦਾ। ਉਹ ਮਸਲਾ ਬਾਦਸ਼ਾਹ ਤੱਕ ਪਹੁੰਚ ਗਿਆ, ਬਹਾਦਰ ਸ਼ਾਹ ਤੱਕ। ਬਹਾਦਰ ਸ਼ਾਹ ਨੇ ਵਿੱਚ ਪੈ ਕੇ ਗੁਰੂ ਸਾਹਿਬ ਨੂੰ ਪੁੱਛਿਆ, ਮਹਾਰਾਜ ਜੀ ਵੀ ਜਗ੍ਹਾ ਤੁਹਾਡੀ ਹੈ ਅਤੇ ਤੁਹਾਨੂੰ ਦਵਾ ਦਿੰਦੇ ਹਾਂ, ਪਰ ਕੋਈ ਨਾ ਕੋਈ ਸਬੂਤ ਦੇਣਾ ਪਏਗਾ। ਬਿਨਾਂ ਪ੍ਰਮਾਣ ਦੇ ਕੋਈ ਮੰਨਦਾ ਨਹੀਂ ਨਾ। ਸਤਿਗੁਰੂ ਕਹਿੰਦੇ ਧਰਤੀ ਪੁੱਟੋ, ਜਿੱਥੇ ਮਕਬਰੇ ਦੇ ਥੱਲੇ ਪੁੱਟਿਆ 5 ਫੁੱਟ 6 ਫੁੱਟ ਥੱਲੇ ਡੂੰਘੇ ਜਾ ਕੇ ਮਹਾਰਾਜ ਦਾ ਆਸਣ ਸੱਚਖੰਡ ਹਜ਼ੂਰ ਸਾਹਿਬ ਪੁਰਾਤਨ ਤਪ ਸਥਾਨ ਥੱਲਿਓਂ ਮਹਾਰਾਜ ਦਾ ਧੂਣਾ ਸ਼ਸਤਰ ਬਾਟਾ ਗੜਵਾ ਸੱਚੇ ਪਾਤਸ਼ਾਹ ਦਾ ਪ੍ਰਾਪਤ ਹੋਇਆ। ਮਹਾਰਾਜ ਕਹਿੰਦੇ ਦੇਖੋ ਅਸੀਂ ਇੱਥੇ ਬਹਿ ਕੇ ਤਪ ਕੀਤਾ, ਸਾਡਾ ਤਪ ਸਥਾਨ। ਮੁਸਲਮਾਨਾਂ ਨੂੰ ਜਗ੍ਹਾ ਛੱਡਣੀ ਪਈ ਉਹ, ਅਤੇ ਮਹਾਰਾਜ ਸਾਹਿਬ ਜੀ ਨੂੰ ਮਹਾਰਾਜ ਕਹਿੰਦੇ ਅਸੀਂ ਭਾਈ ਤੁਹਾਨੂੰ ਇੱਦਾਂ ਨਹੀਂ ਕੱਢਦੇ, ਤੁਸੀਂ ਵੀ 200 ਸਾਲ ਤੋਂ ਬੈਠੇ ਹੋ, ਅਸੀਂ ਮਾਇਆ ਦਿਆਂਗੇ। ਫਿਰ ਮਾਇਆ ਦੇ ਕੇ ਮਹਾਰਾਜ ਦੁਬਾਰਾ, ਤਾਂ ਕਿ ਜਿਹੜੇ 200 ਸਾਲ ਦੇ ਬੈਠੇ ਉਹ ਵੀ ਆਪਣਾ ਕੋਈ ਹੋਰ ਟਿਕਾਣਾ ਬਣਾ ਲੈਣ। ਮਹਾਰਾਜ ਨੇ ਮਾਇਆ ਦੇ ਕੇ ਰਜਿਸਟਰੀ ਹਜ਼ੂਰ ਸਾਹਿਬ ਦੀ ਸਾਰੀ ਆਪਣੇ ਨਾਂ ਕਰਾ ਲਈ। ਉੱਥੇ ਸਾਰਾ ਚੋਜ ਕੀਤਾ, ਗੁਰਤਾ ਗੱਦੀ ਦਾ ਵੀ, ਜੋਤੀ ਜੋਤ ਸਮਾਨ ਦਾ ਸਾਰਾ ਪਹਿਰਾ ਕੀਤਾ। ਬਾਅਦ 'ਚ ਮੁਸਲਮਾਨ ਫਿਰ ਜਦੋਂ ਸਿੰਘ ਸਵਾਏ ਰਹਿ ਗਏ ਨਾ, ਬਾਬਾ ਸੰਤੋਖ ਸਿੰਘ ਜੀ, ਬਾਬਾ ਗਜਗਾਹ ਸਿੰਘ ਜੀ, ਬਾਬਾ ਮਲਿਆਗਰ ਸਿੰਘ, ਇੱਦਾਂ ਸਿੰਘ ਉੱਥੇ ਰਹੇ ਸਨ। ਅਕਲ ਕਲਾ ਸਿੰਘ ਜਿਨ੍ਹਾਂ ਨੂੰ ਕਹਿੰਦੇ ਆ, ਬਾਬਾ ਜਸਵੰਤ ਸਿੰਘ ਜੀ, ਉਹਨਾਂ ਸਿੰਘਾਂ ਦੇ ਵੇਲੇ ਮੁਸਲਮਾਨ ਫਿਰ ਜ਼ੋਰ ਪਾ ਕੇ ਕਹਿੰਦੇ ਵੀ ਤਖਤ ਖੋਹਣਾ। ਉਹ ਫਿਰ ਉੱਥੇ ਜੰਗ ਸ਼ੁਰੂ ਹੋ ਗਈ। 200 ਸਾਲ ਹਜ਼ੂਰ ਸਾਹਿਬ ਖੰਡਾ ਖੜਕਦਾ ਰਿਹਾ ਮੁਸਲਮਾਨਾਂ ਨੂੰ। ਹੁਣ ਤੱਕ ਉਹ ਹੀ ਕਹਿੰਦੇ ਸਾਡੀ ਜ਼ਮੀਨ ਹੈ, ਸਾਡਾ ਮਕਬਰਾ ਵਾਪਸ ਲੈਣਾ। ਅਤੇ ਖਾਲਸਾ ਜਿਹੜਾ ਹਜ਼ੂਰੀ ਸਿੰਘ ਉੱਥੋਂ ਦੇ ਰਹਿਣ ਵਾਲੇ, ਉਹ ਜੂਝਦੇ ਰਹੇ। ਬਹੁਤ ਸਿੰਘ ਸ਼ਹੀਦ ਹੋਏ। 40 ਸਿੰਘਾਂ ਦੇ ਉੱਥੇ ਅੰਗੀਠੇ ਬਣੇ ਹੋਏ ਨੇ ਪੁਰਾਤਨ। ਆਹ ਸਾਡੇ ਪੰਜਾਬ ਵਾਲਿਆਂ 'ਚ ਸਾਧ ਸੰਗਤ ਜੀ ਨਿੰਦਾ ਤੋਂ ਇਲਾਵਾ ਕੱਖ ਨਹੀਂ ਜੇ। ਇੱਕਦਮ ਕਹਿ ਦਿੰਦੇ ਆ ਜੀ ਹਜ਼ੂਰੀਏ ਸਿੰਘ ਉਹ ਕੀ ਕਰਦੇ ਆ, ਦੱਖਣੀ ਕਹਿ ਦਿੰਦੇ ਆਪਾਂ। ਕਦੀ ਦੇਖਿਆ ਉਹਨਾਂ ਦੇ ਬੱਚੇ ਦਾ ਦਾੜਾ ਕੱਟਿਆ ਹੋਇਆ ਕਿਸੇ ਦਾ, ਕੇਸਾਂ ਦੀ ਬੇਅਦਬੀ ਕੀਤੀ ਦੇਖੀ ਹੈ ਤੁਸੀਂ ਕਦੀ? ਕਿਸੇ ਦੇ ਘਰ 'ਚ ਕੋਈ ਤੰਬਾਕੂ ਦਾ ਟੁਕੜਾ ਕਿਤੇ ਬੀੜੀ ਸਿਗਰਟ ਹਜ਼ੂਰ ਸਾਹਿਬ ਦੇ ਲਾਗੇ ਪਿਆ ਹੋਵੇ, ਤਖਤ ਸਾਹਿਬ ਜੀ ਦੇ? ਨਹੀਂ। ਉਹ ਪੁਰਾਤਨ ਸਿੰਘ ਹਨ ਜਿਨ੍ਹਾਂ ਨੇ ਮਹਾਰਾਜ ਸਾਹਿਬ ਕਲਗੀਧਰ ਪਿਤਾ ਜੀ ਦੇ ਬਚਨ ਕਮਾਉਂਦਿਆਂ ਉਹ ਜਗ੍ਹਾ ਨਹੀਂ ਛੱਡੀ। ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ 1947 'ਚ ਪਾਕਿਸਤਾਨ ਪਹਿਲਾਂ ਉੱਧਰ ਬਣਨ ਲੱਗਾ ਸੀ। ਬਹੁਤਿਆਂ ਨੂੰ ਨਹੀਂ ਪਤਾ, ਜਿਹੜੇ ਸਿਆਣੇ ਬਜ਼ੁਰਗ ਪਤਾ ਉਹਨਾਂ ਨੂੰ। ਪਾਕਿਸਤਾਨ ਬਣਨ ਲੱਗਾ ਸੀ, ਨਿਜ਼ਾਮ ਹੈਦਰਾਬਾਦ ਹਜ਼ੂਰ ਸਾਹਿਬ ਦੇ ਲਾਗੇ। ਉਹ ਚਾਹੁੰਦਾ ਸੀ ਇੱਧਰ ਬਣੇ
ਦੱਖਣ 'ਚ ਪਾਕਿਸਤਾਨ ਤੇ ਮੈਂ ਇੱਥੋਂ ਦਾ ਬਾਦਸ਼ਾਹ ਬਣਾ ਤੇ ਮੇਰੀ ਰਿਆਸਤ ਪਾਕਿਸਤਾਨ 'ਚ ਆ ਜਾਏ। ਉਹ ਇਹ ਚਾਹੁੰਦਾ ਸੀ ਮੇਰੀ ਰਿਆਸਤ ਜਿਹੜੀ ਹੈਦਰਾਬਾਦ ਹੈ ਉਹ ਪਾਕਿਸਤਾਨ 'ਚ ਆਵੇ। ਜਦੋਂ ਇਹ ਗੱਲ ਹੋ ਗਈ ਤੇ ਪੰਜਾਬ ਵਾਲੇ ਸਿੰਘਾਂ ਨੇ ਹਜ਼ੂਰ ਸਾਹਿਬ ਵਾਲਿਆਂ ਨੂੰ ਆਖਿਆ ਵੀ ਤੁਸੀਂ ਹੁਣ ਵਾਪਸ ਪੰਜਾਬ ਆ ਜਾਓ ਅਤੇ ਤੁਹਾਨੂੰ ਨਹੀਂ ਤਾਂ ਉੱਧਰ ਮੁਸਲਮਾਨ ਮਾਰ ਦੇਣਗੇ। ਉਹਨਾਂ ਨੇ ਜਵਾਬ ਦਿੱਤਾ ਵੀ ਅਸੀਂ ਤਖਤ ਸਾਹਿਬ ਛੱਡ ਕੇ ਨਹੀਂ ਆਉਣਾ, ਜਿੰਨਾ ਚਿਰ ਜਿਉਂਦੇ ਹਾਂ ਉੱਥੇ ਰਹਾਂਗੇ, ਮਰ ਕੇ ਮਹਾਰਾਜ ਦੇ ਚਰਨਾਂ 'ਚ ਮਰਾਂਗੇ। ਆਪਾਂ ਪੰਜਾਬ ਵਾਲੇ ਨਨਕਾਣਾ ਸਾਹਿਬ ਛੱਡ ਕੇ ਆ ਗਏ, ਉਹ ਨਹੀਂ ਸੀ ਮੰਨੇ, ਪਰ ਗੁਰੂ ਨੇ ਉਹਨਾਂ ਦਾ ਸਿਦਕ ਨਿਭਾਇਆ, ਉਹ ਪੰਜਾਬ ਪਾਕਿਸਤਾਨ ਬਣਿਆ ਨਹੀਂ। ਉੱਥੇ ਖਾਲਸਾ ਜੀ, ਮੈਂ ਕਹਿਣ ਦਾ ਮਤਲਬ ਵੀ ਜੰਗ ਹੁੰਦੇ ਰਹੇ। ਹਜ਼ੂਰ ਸਾਹਿਬ ਬੜੇ ਜੰਗ ਹੋਏ। ਸਤਿਗੁਰਾਂ ਦੇ ਤਖਤ ਸਾਹਿਬ ਨੂੰ ਖੋਹਣ ਲਈ ਮੁਸਲਮਾਨ ਹੱਲੇ ਤੇ ਹੱਲਾ ਕਰਦੇ ਸੀ, ਉਹ ਡਟ ਜਾਂਦੇ ਸੀ, ਸ਼ਹੀਦੀਆਂ ਹੁੰਦੀਆਂ ਸੀ, ਬਹੁਤ ਸਿੰਘ ਸ਼ਹੀਦ ਹੋਏ। ਉਸ ਅਸਥਾਨ 'ਤੇ ਹੀ ਸਤਿਗੁਰਾਂ ਦਾ ਇੱਕ ਅਸਥਾਨ ਹੈ ਸਰਬਲੋਹ ਦਾ ਬੁੰਗਾ, ਜਿੱਥੇ ਬਾਬਾ ਨਿਧਾਨ ਸਿੰਘ ਜੀ ਦਾ ਲੰਗਰ ਹੈ। ਉਹਦੇ ਨਾਲ ਨਗੀਨੇ ਘਾਟ ਦੇ ਸਾਹਮਣੇ ਅਸਥਾਨ ਹੈ ਪੁਰਾਤਨ ਗੁਰਦੁਆਰਾ ਬੁੰਗਾ ਸ੍ਰੀ ਸਰਬਲੋਹ। ਉੱਥੇ ਸਤਿਗੁਰੂ ਜੀ ਨੇ ਸਤਿਯੁਗ ਦਾ ਆਪਣਾ ਪੁਰਾਤਨ ਗ੍ਰੰਥ ਨੌ ਨੰਦਾ ਨੂੰ ਦਿੱਤਾ ਸੀ। ਅਤੇ ਜਦੋਂ ਮਹਾਰਾਜ ਨੇ ਕਿਹਾ ਸੀ ਵੀ ਅਸੀਂ ਆਵਾਂਗੇ ਅਤੇ ਕਲਯੁਗ 'ਚ ਸਾਡਾ ਅਵਤਾਰ ਹੋਵੇਗਾ, ਅਸੀਂ ਇੱਥੇ ਆ ਕੇ ਬਿਰਾਜਾਂਗੇ, ਤੁਸੀਂ ਸਾਡੇ ਦਰਸ਼ਨ ਕਰੋਗੇ, ਤੁਹਾਡੀ ਉਦੋਂ ਮੁਕਤੀ ਹੋਵੇਗੀ। ਆਹ ਸਾਡੀ ਅਮਾਨਤ ਸਾਂਭ ਕੇ ਰੱਖੋ ਸ੍ਰੀ ਸਰਬਲੋਹ ਗ੍ਰੰਥ, ਉਦੋਂ ਤੁਹਾਡੇ ਤੋਂ ਮੰਗਾਂਗੇ। ਉਹ ਕਹਿੰਦੇ ਮਹਾਰਾਜ ਸਾਨੂੰ ਕਿਵੇਂ ਪਤਾ ਲੱਗੇਗਾ? ਕਹਿੰਦੇ ਬਸ ਇਸੇ ਗੱਲ ਤੋਂ ਪਤਾ ਲੱਗੇਗਾ ਵੀ ਅਸੀਂ ਕਹਾਂਗੇ ਵੀ ਸਾਡੀ ਅਮਾਨਤ ਲਿਆਓ, ਤੁਸੀਂ ਸਮਝ ਜਾਓਗੇ ਵੀ ਉਹੀ ਨੇ। ਜਦੋਂ ਮਹਾਰਾਜ ਕੋਲ ਇਹ ਆਏ ਅਤੇ ਮਹਾਰਾਜ ਨੂੰ ਮੱਥਾ ਟੇਕਿਆ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਸਾਡੀ ਅਮਾਨਤ ਲਿਆਏ ਹੋ? ਉਹਨਾਂ ਨੇ ਪਛਾਣ ਲਿਆ ਵੀ ਮਹਾਰਾਜ ਆਪ। ਉਹਨਾਂ ਨੇ ਸ੍ਰੀ ਸਰਬਲੋਹ, ਇਹ ਪੁਰਾਤਨ ਸਤਿਯੁਗ ਦਾ ਗੁਪਤ ਗ੍ਰੰਥ ਸੀਗਾ, ਇਹਦੇ 'ਚ ਬਹੁਤ ਡੂੰਘਾ ਗਿਆਨ ਸੀ। ਜਿਹੜਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਇਸੇ ਦੀ ਬਾਣੀ ਹੈ। ਬਾਣੀ ਪੜ੍ਹਦੇ ਤਾਂ ਆਪਾਂ ਹੈ ਰਾਗੀ ਸਿੰਘ ਕਥਾਵਾਚਕ, ਪਰ ਇਹ ਨਹੀਂ ਦੱਸਦੇ ਵੀ ਇਹ ਸ੍ਰੀ ਸਰਬਲੋਹ ਗ੍ਰੰਥ ਦੀ ਬਾਣੀ ਹੈ। ਸਰਬਲੋਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਦਸਮ ਗ੍ਰੰਥ ਸਾਹਿਬ ਜੀ, ਇਹ ਜਿੰਨੀ ਬਾਣੀ ਹੈ ਸਾਧ ਸੰਗਤ ਜੀ, ਇਹਦੇ ਵਿੱਚ ਮਹਾਰਾਜ ਨੇ ਬ੍ਰਹਮ ਗਿਆਨ ਦਿੱਤਾ ਹੈ। ਇਹ ਜਿਹੜਾ ਸਵਈਆ ਅੱਜ ਦੋਹਰਾ ਸੁਣਿਆ ਆਪ ਜੀ ਨੇ, ਇਹ ਮਹਾਰਾਜ ਨੇ ਉਦੋਂ ਲਿਖਿਆ ਸੀ ਜਦੋਂ ਸਿੰਘਾਂ ਨੇ ਪੁੱਛਿਆ ਮਹਾਰਾਜ ਖਾਲਸੇ ਦਾ ਰਾਜ ਕਦੋਂ ਹੋਵੇਗਾ, ਕੀ ਨਿਸ਼ਾਨੀ ਹੋਵੇਗੀ ਖਾਲਸੇ ਦੇ ਰਾਜ ਦੀ? ਅਤੇ ਮਹਾਰਾਜ ਸਾਹਿਬ ਜੀ ਕਹਿੰਦੇ ਇਹੋ ਜਿਹਾ ਖਾਲਸੇ ਦਾ ਰਾਜ ਹੋਵੇਗਾ, ਅਸੀਂ ਆਪ ਆਵਾਂਗੇ, ਫੌਜਾਂ ਚੜ੍ਹਨਗੀਆਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਜਾਵਾਂਗੇ, ਪਾਪ ਸਮੂਹ ਵਿਨਾਸ਼ਨ ਕੋ ਕਲਕੀ ਅਵਤਾਰ ਕਹਾਵੇਂਗੇ, ਤੁਰਕਛ ਤੁਰੰਗ ਸਪਛ ਬੜੇ ਕਰ ਕਾਢ ਕਿਰਪਾਨ ਕੰਪਾਵੇਂਗੇ, ਨਿਕਸੇ ਜਿਮ ਕੇਹਰ ਪਰਬਤ ਤੇ ਤਸ ਸੋਭ ਦਿਵਾਲੇ ਪਾਵੇਂਗੇ, ਭਲ ਭਾਗ ਪਿਆ ਏ ਸੰਭਲ ਕੇ ਹਰਜੂ ਹਰਮੰਦਰ ਆਵੇਂਗੇ। ਸਿੰਘਾਂ ਨੇ, ਭਾਈ ਦਇਆ ਸਿੰਘ ਸਾਹਿਬ ਨੇ ਪੁੱਛਿਆ ਮਹਾਰਾਜ ਉਸ ਵੇਲੇ ਦਾ ਵਰਤਾਰਾ ਕੀ ਹੋਵੇਗਾ? ਮਹਾਰਾਜ ਕਹਿੰਦੇ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ, ਜੋ ਅਸੀਂ ਅਰਦਾਸ ਕਰਦੇ ਹਾਂ ਉੱਦਾਂ ਹੀ ਹੋਵੇਗਾ। ਆਖੋ ਸ੍ਰੀ ਵਾਹਿਗੁਰੂ। ਅਸੀਂ ਮੰਗਦੇ ਹਾਂ ਸਾਨੂੰ ਤੁਹਾਨੂੰ ਸਾਰਿਆਂ ਨੂੰ ਮਿਲੇਗਾ। ਤੋ ਮਹਾਰਾਜ ਇਹ ਅਰਦਾਸ ਕਰ ਰਹੇ ਨੇ। ਇਹ ਤਿੰਨ ਦੋਹਰਿਆਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਅਰਦਾਸ ਕੀਤੀ ਹੈ। ਚਾਰ ਇਹ ਆਪਾਂ ਸਰਵਣ ਕਰੀਏ, ਗੁਰਮੁਖ ਪਿਆਰੇ ਪਾਠ ਕਰਨਗੇ। ਸਿੰਘਾਂ ਦਾ, ਇਹਨਾਂ ਦਾ, ਭੁਜੰਗੀਆਂ ਦਾ ਹੀ ਫੁਰਨਾ ਸੀ ਵੀ ਇਹਦੇ ਅਰਥ ਕਰਕੇ ਸੁਣਾਓ। ਸਾਧ ਸੰਗਤ ਜੀ, ਸਤਿਗੁਰਾਂ ਦੀ ਬਾਣੀ ਗਾਧ ਬਹੁਤ ਹੈ, ਸਾਡੀ ਬੁੱਧੀ ਇੰਨੀ ਜ਼ਿਆਦਾ ਕੰਮ ਨਹੀਂ ਕਰਦੀ ਵੀ ਅਸੀਂ ਮਹਾਰਾਜ ਦੀ ਬਾਣੀ ਦੇ ਅਰਥ ਕਰ ਲਈਏ। ਬਸ ਜਿਵੇਂ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਲਿਖਿਆ ਹੈ ਨਾ, ਕਵੀ ਜੀ ਨੇ, ਕਹਿੰਦੇ ਕੀੜੀ ਮਿਸ਼ਰੀ ਦੇ ਪਹਾੜ 'ਤੇ ਚੜ੍ਹ ਜਾਏ, ਉਹ ਮਿਸ਼ਰੀ ਦੇ ਪਹਾੜ ਦੀ ਉਚਾਈ, ਚੌੜਾਈ, ਲੰਬਾਈ ਨਹੀਂ ਮਾਪ ਸਕਦੀ, ਉਹਦਾ ਅੰਤ ਨਹੀਂ ਪਾ ਸਕਦੀ। ਕੀੜੀ ਹੈ ਵਿਚਾਰੀ, ਪਰ ਮਿਸ਼ਰੀ ਖਾ ਕੇ ਆਪਣਾ ਢਿੱਡ ਭਰ ਸਕਦੀ ਹੈ। ਉਹਨੂੰ ਮਿਸ਼ਰੀ ਦੇ ਪਹਾੜ ਦਾ ਅੰਤ ਪਾਉਣ ਦੀ ਸੋਚਣਾ ਹੀ ਨਹੀਂ ਚਾਹੀਦਾ, ਉਹਨੂੰ ਆਪਣਾ ਪੇਟ ਭਰਨਾ ਚਾਹੀਦਾ। ਆਪਾਂ ਗੁਰਬਾਣੀ, ਆਦਿ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਸਾਹਿਬ ਜੀ, ਭਾਈ ਗੁਰਦਾਸ ਜੀ ਦੀ ਬਾਣੀ, ਜਿੰਨਾ ਵੀ ਗ੍ਰੰਥ ਨੇ ਆਪਣੇ, ਇਹਨਾਂ ਦਾ ਅੰਤ ਨਹੀਂ ਪਾਉਣਾ ਚਾਹੀਦਾ। ਆਪਾਂ ਅੰਤ ਪਾਉਣ ਤੁਰ ਪੈਂਦੇ ਹਾਂ। ਮਹਾਰਾਜ ਕਹਿੰਦੇ ਅੰਤ ਕੋ ਪਾਣ ਜੋਗ ਚਾਹਣ ਜੋਗ ਸੇ ਆਏ ਅੰਤ ਗਵਾਏ। ਜਿਹੜੇ ਉਹਦਾ ਪਰਮੇਸ਼ਰ ਦਾ ਅੰਤ ਪਾਉਣ ਤੁਰਦੇ ਆ, ਉਹ ਆਪਣਾ ਅੰਤ ਗਵਾ ਲੈਂਦੇ ਆ, ਕੱਖ ਨਹੀਂ ਪੱਲੇ ਪੈਂਦਾ।
ਅੱਜ ਕੱਲ੍ਹ ਅਸੀਂ ਛੋਟੀਆਂ ਛੋਟੀਆਂ ਗੱਲਾਂ 'ਤੇ ਜ਼ਿਆਦਾ ਕਿੰਤੂ ਪਰੰਤੂ ਕਰਨ ਲੱਗ ਪਏ। ਮੁਸਲਮਾਨਾਂ ਦੀ ਕੁਰਾਨ ਦੇ ਵਿੱਚ ਅਲਫ ਲਾਮ ਮੀਮ 3 ਅੱਖਰ ਕਈ ਥਾਵਾਂ 'ਤੇ ਆਉਂਦੇ ਆ, ਹਾਸ਼ੀਏ 'ਚ ਲਿਖੇ ਹੁੰਦੇ। ਅਸੀਂ ਮੌਲਵੀਆਂ ਨੂੰ ਪੁੱਛਿਆ ਇਹਦਾ ਮਤਲਬ, ਕਹਿੰਦੇ ਅੱਲਾ ਹੀ ਜਾਣਦਾ। ਮੌਲਵੀ ਇਹ ਨਹੀਂ ਕਹਿੰਦੇ ਵੀ ਕੋਈ ਗਲਤ ਲਿਖਿਆ, ਉਹ ਕਹਿੰਦੇ ਲਿਖਿਆ ਠੀਕ ਹੈ, ਸਾਨੂੰ ਪਤਾ ਨਹੀਂ। ਉਹ ਕਹਿੰਦੇ ਲਿਖਿਆ ਠੀਕ ਹੈ, ਅਲਫ ਲਾਮ ਮੀਮ ਕਈ ਵਾਰੀ ਵਾਧੂ ਆ ਜਾਂਦਾ, ਉਹ ਪਾਠ ਵਿੱਚ ਨਹੀਂ ਆਉਂਦਾ ਕੁਰਾਨ ਦੇ। ਉਹ ਕਹਿੰਦੇ ਵੀ ਲਿਖਿਆ ਅੱਲਾ ਨੇ ਲਿਖਿਆ। ਸਾਡੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਉੱਤੇ 1 ਮਿੰਟ 'ਚ ਉਂਗਲੀ ਉਠਾਉਣਾ, ਇਹ ਨਹੀਂ ਠੀਕ ਲਿਖਿਆ ਜੀ, ਇਹ ਇੱਦਾਂ ਹੋਣਾ ਚਾਹੀਦਾ ਜੀ, ਇਹ ਸਿਹਾਰੀ ਇੱਦਾਂ ਹੋਣੀ ਚਾਹੀਦੀ ਹੈ, ਬਿਹਾਰੀ ਇੱਦਾਂ ਹੋਣੀ ਚਾਹੀਦੀ। ਗੁਰੂ ਨਾਲੋਂ ਵੀ ਸਿਆਣੇ ਬਣ ਜਾਂਦੇ। ਫਿਰ ਸਾਧ ਸੰਗਤ ਜੀ ਮਾਰ ਖਾਂਦੇ। ਮਹਾਰਾਜ ਸੱਚੇ ਪਾਤਸ਼ਾਹ ਦੀ ਧੁਰ ਕੀ ਬਾਣੀ ਹੈ, ਜਿਸ ਤਰ੍ਹਾਂ ਸਤਿਗੁਰਾਂ ਨੇ ਲਿਖੀ ਹੈ, ਸਾਨੂੰ ਉਹਦੇ 'ਤੇ ਵਿਸ਼ਵਾਸ ਕਰਕੇ ਬਾਣੀ ਪੜ੍ਹਨੀ ਚਾਹੀਦੀ ਹੈ। ਉਹਦੇ ਨਾਲ ਸਾਡਾ ਕਲਿਆਣ ਹੁੰਦਾ, ਭਾਵ ਸਾਗਰ ਤੋਂ ਪਾਰ ਉਤਾਰਾ ਹੁੰਦਾ ਹੈ। ਮਹਾਰਾਜ ਦੱਸ ਰਹੇ ਹੈ ਵੀ ਖਾਲਸੇ ਦਾ ਰਾਜ ਇੱਦਾਂ ਦਾ ਹੋਵੇਗਾ ਅਤੇ ਉਸ ਵੇਲੇ ਖਾਸ ਸਵਾਰੀ ਮੋਹੇ ਚੱਲਾ, ਉਹਦੇ ਵਿਚਕਾਰ ਸਾਡੀ ਖਾਸ ਸਵਾਰੀ ਹੋਵੇਗੀ। ਅਸੀਂ ਨੀਲੇ ਘੋੜੇ 'ਤੇ ਸ਼ਾਹੀ ਵਸਤਰਾਂ 'ਚ ਰਾਜਿਆਂ ਮਹਾਰਾਜਿਆਂ ਦੀ ਤਰ੍ਹਾਂ ਆਪ ਆਵਾਂਗੇ। ਉਹ ਬਚਨ ਸੁਣੀਏ ਸਾਧ ਸੰਗਤ ਜੀ। ਸ੍ਰੀ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਮਹਾਰਾਜ ਹਜ਼ੂਰ 10ਵੇਂ ਪਾਤਸ਼ਾਹ ਆਪਣੀ ਬਖਸ਼ਿਸ਼ ਕਰ ਰਹੇ ਨੇ। ਸਰਵਣ ਕਰੋ ਪਿਆਰ ਨਾਲ, ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ 9 ਲੱਖ ਆਰਾ ਕੀ ਮਿਲੈ। ਮਹਾਰਾਜ ਕਹਿੰਦੇ 9 ਲੱਖ ਘੋੜੇ ਮਿਲਣ, 9 ਲੱਖ ਘੋੜੇ, ਇੰਨੀ ਫੌਜ ਆਉਣੀ। 9 ਲੱਖ ਐਰਾਕੀ, ਐਰਾਕੀ ਘੋੜਿਆਂ ਨੂੰ ਕਹਿੰਦੇ। 9 ਲੱਖ ਐਰਾਕੀ ਮਿਲਣ, ਯਾਨੀ ਬੇਅੰਤ ਹੀ ਘੋੜੇ ਹੋਣਗੇ। ਕਹਿੰਦੇ 9 ਲੱਖ ਘੋੜੇ ਮਿਲਣ, ਮਿਲੈ ਸਰਾਇਚੈ ਲਾਖ, ਤੇ ਲੱਖਾਂ ਹੀ ਤੰਬੂ ਹੋਣਗੇ। ਆਖੋ ਸਤਿਨਾਮ ਸ੍ਰੀ। ਜਦੋਂ ਫੌਜਾਂ ਉਤਰਦੀਆਂ ਨਾ, ਘੋੜੇ ਵੀ ਬੱਝੇ ਹੁੰਦੇ ਆ ਅਤੇ ਤੰਬੂ ਵੀ ਬੜੇ ਹੁੰਦੇ ਆ। ਮਹਾਰਾਜ ਕਹਿੰਦੇ ਇੰਨੀ ਫੌਜ ਹੋਣੀ ਹੈ ਸਾਡੀ, ਅਕਾਲ ਪੁਰਖ ਤੋਂ ਮੰਗ ਰਹੇ ਨੇ, ਇਹ ਵਾਹਿਗੁਰੂ ਸਾਨੂੰ ਲੱਖਾਂ ਤੰਬੂ ਦੇ ਦੇ, ਸਾਡੀਆਂ ਫੌਜਾਂ ਜਿੱਥੇ ਬਹਿਣਗੀਆਂ। ਆਹ ਵੀ ਖਾਲਸੇ ਨੂੰ ਮਹਾਰਾਜ ਨੇ ਦਿੱਤੇ ਆ ਸਾਧ ਸੰਗਤ ਜੀ। ਆਪਾਂ ਜਿੱਥੇ ਬੈਠੇ ਹਾਂ ਇਹ ਵੀ ਤੰਬੂ ਲੱਗੇ, ਇਹ ਉਹੀ ਬਚਨ ਪੂਰੇ ਹੋ ਰਹੇ ਆ। ਐਵੇਂ ਨਹੀਂ ਆਪਾਂ ਅਮਰੀਕਾ ਕੈਨੇਡਾ ਜਾ ਕੇ ਬਹਿ ਗਏ। ਅਰਦਾਸ ਪਿਤਾ ਜੀ ਸਾਡੇ ਕਰਕੇ ਗਏ ਸਾਡੇ ਵਾਸਤੇ ਵੀ ਇੱਦਾਂ ਮੇਰੇ ਖਾਲਸੇ ਨੂੰ ਮਿਲਣਾ। 9 ਲੱਖ ਐਰਾਕੀ ਮਿਲਣ, 9 ਲੱਖ ਘੋੜੇ ਹੋਣਗੇ ਅਤੇ ਮਹਾਰਾਜ ਲੱਖਾਂ ਹੀ ਤੰਬੂ ਹੋਣਗੇ। ਕਿਰਪਾ ਕਰੋ ਮਹਾਰਾਜ, ਬਖਸ਼ਿਸ਼ ਕਰੋ, ਬੇਅੰਤ ਫੌਜਾਂ ਹੋਣ, ਬੇਅੰਤ ਹੀ ਘੋੜੇ ਹੋਣ ਅਤੇ ਬੇਅੰਤ ਹੀ ਮੇਰੀਆਂ ਫੌਜਾਂ ਦੇ ਤੰਬੂ ਲੱਗੇ ਹੋਣ। 1.25 ਲੱਖ ਹਾਥੀ ਮਿਲੈ। 1.25 ਲੱਖ ਹਾਥੀ ਮਿਲੈ। ਮਹਾਰਾਜ ਇੰਨੇ ਹਾਥੀ ਝੂਮਦੇ ਹੋਣ, ਝੂਲਦੇ ਹੋਣ। ਖਾਲਸਾ ਹਾਥੀ ਉਸ ਵੇਲੇ ਬਾਦਸ਼ਾਹਾਂ ਦੀ ਸਵਾਰੀ ਸੀ। ਅੱਜ ਕੱਲ੍ਹ ਕਹਿ ਲਓ ਵਧੀਆ ਵਧੀਆ ਗੱਡੀਆਂ ਕਾਰਾਂ ਬਾਬੇ ਨੇ ਦਿੱਤੀਆਂ, ਉਦੋਂ ਹਾਥੀ ਹੁੰਦੇ ਸੀ। ਹੁਣ ਹਵਾਈ ਜਹਾਜ਼ ਦੇ ਦਿੱਤੇ ਸਾਨੂੰ। ਹਾਥੀ ਮਹਾਰਾਜ ਕਹਿੰਦੇ 1.25 ਲੱਖ ਹਾਥੀ ਮਿਲਣ, 1.25 ਲੱਖ ਹਾਥੀ ਹੋਣ, ਮੇਰਾ ਖਾਲਸਾ ਹਾਥੀਆਂ ਦੀ ਸਵਾਰੀ ਕਰੇ। ਦੇਹੋ ਯਹ ਅਬਿਲਾਖ, ਇਹ ਵਾਹਿਗੁਰੂ ਮੈਂ ਇਹੀ ਇੱਛਾ ਕਰਦਾ, ਮੇਰੇ ਖਾਲਸੇ ਨੂੰ ਹਾਥੀ ਘੋੜੇ ਰਾਜ ਸਾਜ ਬਹੁਤ ਮਿਲੇ, ਲੱਖਾਂ ਹੀ ਤੰਬੂ ਲੱਗੇ ਹੋਣ, ਛਾਉਣੀਆਂ ਪਈਆਂ ਹੋਣ, ਥਾਂ ਥਾਂ 'ਤੇ ਅਕਾਲ ਅਕਾਲ ਹੁੰਦੀ ਹੋਵੇ। ਖਾਸ ਸਵਾਰੀ ਮੋਹਿ ਚਲੈ। ਮਹਾਰਾਜ ਕਹਿੰਦੇ ਖਾਸ ਸਵਾਰੀ ਵਿਚਕਾਰ ਬੇਰੀ ਹੋਵੇਗੀ। ਜਦੋਂ ਪਾਤਸ਼ਾਹ ਆਉਣਗੇ ਸਾਧ ਸੰਗਤ ਜੀ, ਨੀਲੇ 'ਤੇ ਸਵਾਰ ਹੋ ਕੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਲਗੀਧਰ ਜੀ, ਉਹਨਾਂ ਦੇ ਆਲੇ ਦੁਆਲੇ ਬੇਅੰਤ ਸ਼ਹੀਦਾਂ ਦੀ ਫੌਜ ਹੋਵੇਗੀ। ਭਾਈ ਉਦੈ ਸਿੰਘ ਜੀ, ਭਾਈ ਆਲਮ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਬੇਅੰਤ ਗੁਰੂ ਕੀਆਂ ਫੌਜਾਂ ਜਿਹੜੇ ਨਾਲ ਸ਼ਹੀਦ ਹੋਏ, ਬਾਬਾ ਦੀਪ ਸਿੰਘ ਜੀ ਵਰਗੇ, ਭਾਈ ਮਨੀ ਸਿੰਘ ਸਾਹਿਬ ਜੀ, ਇਹ ਸਾਰੀਆਂ ਸ਼ਹੀਦੀ ਫੌਜਾਂ ਨਾਲ ਹੋਣਗੀਆਂ। ਖਾਸ ਸਵਾਰੀ ਮੋਹਿ ਚੱਲੈ, ਵਿਚਕਾਰ ਖਾਸ ਜਿਹੜਾ ਸਵਾਰੀ ਹੋਵੇਗੀ ਉਹ ਸਾਡੀ ਹੋਵੇਗੀ। ਅਸੀਂ ਘੋੜੇ 'ਤੇ ਸਵਾਰ ਹੋਵਾਂਗੇ। ਨੇਜੇ ਲੱਖ ਨਿਸ਼ਾਨ, ਅੱਗੇ ਨੇਜਿਆਂ ਵਾਲੇ ਲੱਖਾਂ ਹੀ ਨਿਸ਼ਾਨ ਝੂਲਣਗੇ। ਨੇਜੇ ਬਰਛੀਆਂ, ਇਹ ਸਾਧ ਸੰਗਤ ਜੀ ਅੰਗਰੇਜ਼ਾਂ ਨੇ ਨਾ ਸਾਡਾ ਬਹੁਤ ਸਰੂਪ ਬਦਲ ਦਿੱਤਾ। ਜਿਹੜੇ ਅਸਲ ਪੁਰਾਤਨ ਨਿਸ਼ਾਨ ਸੀ ਉਹ ਬਰਛੀ ਵਾਲੇ ਹੁੰਦੇ ਸੀ। ਨੇਜੇ ਉਹ ਤਾਂ ਹੁੰਦੇ ਸੀ ਵੀ ਜੰਗ ਲੜਦਿਆਂ ਲੜਦਿਆਂ ਜੇ ਕਿਤੇ ਸਾਹਮਣੇ ਦੁਸ਼ਮਣ ਆ ਜੇ ਅਤੇ ਉਹਦੇ ਨਾਲ ਆਪਾਂ ਮਾਰ ਵੀ ਸਕਦੇ ਹਾਂ ਅਤੇ ਉਹ ਨਿਸ਼ਾਨ ਸਾਹਿਬ ਆਪਣਾ ਗੱਡ ਵੀ ਸਕਦੇ ਹਾਂ। ਹੌਲੇ ਹੌਲੇ ਇਹਨਾਂ ਨੇ ਖੰਡੇ ਲਾ ਦਿੱਤੇ, ਉਹ ਵੀ ਫਿਰ ਤਿੱਖੇ ਨਹੀਂ ਲਾਏ, ਦੂਜੇ ਲਵਾ ਤੇ
ਫਿਰ ਆ ਪਿੱਛੇ ਰੱਖਣ ਦਾ ਰਿਵਾਜ ਚੱਲ ਪਿਆ। ਇਹ ਅੰਗਰੇਜ਼ਾਂ ਨੇ ਉਦੋਂ ਕਰਾਇਆ ਜਦੋਂ ਸਿੱਖਾਂ ਨੂੰ ਜੰਗ 'ਚ ਹਰਾ ਦਿੱਤਾ ਨਾ। ਉਹ ਕਹਿੰਦੇ ਵੀ ਆਪਣੇ ਨਿਸ਼ਾਨ ਡਾਊਨ ਕਰੋ। ਜਿਹੜਾ ਜੰਗ ਜਿੱਤਦਾ ਹੈ ਉਹ ਨਿਸ਼ਾਨ ਆਪਣਾ ਇੱਦਾਂ ਰੱਖਦਾ, ਜਿਹੜਾ ਹਾਰ ਜਾਂਦਾ ਉਹ ਪਿੱਛੇ ਕਰ ਲੈਂਦਾ। ਅਤੇ ਅਸੀਂ ਬਿਨਾਂ ਸੋਚੇ ਸਮਝੇ ਬਸ ਉਹ ਅੰਗਰੇਜ਼ਾਂ ਨੇ ਜਿਹੜੀ ਚਲਾਈ ਸੀ ਫਿਰ ਅਜੇ ਤੱਕ ਹੀ ਪਾਲੀ ਜਾਂਦੇ ਆ। ਉਹ ਨਿਸ਼ਾਨ ਸਾਹਿਬ ਦਾ ਫਰਲਾ ਪਿੱਛੇ ਨੂੰ ਸੁੱਟ ਲੈਂਦੇ ਆ ਵੀ ਜਿਵੇਂ ਜੰਗ ਹਾਰ ਕੇ ਆਏ ਹੋਈ। ਕਦੀ ਵੀ ਪਿੱਛੇ ਨਿਸ਼ਾਨ ਸਾਹਿਬ ਨਹੀਂ ਹੋਣਾ ਚਾਹੀਦਾ ਪਿੱਠ ਦੇ। ਨਿਸ਼ਾਨ ਸਾਹਿਬ ਅੱਗੇ ਹੀ ਝੂਲਦਾ, ਉਹਦੇ ਉੱਤੇ ਨੇਜਾ ਹੁੰਦਾ। ਸੱਚੇ ਪਾਤਸ਼ਾਹ ਕਹਿੰਦੇ ਖਾਸ ਸਵਾਰੀ ਮੋਹ ਚੱਲਿਆ ਨੇਜੇ ਲੱਖ ਨਿਸ਼ਾਨ। ਲੱਖਾਂ ਨਿਸ਼ਾਨ ਸਾਹਿਬ ਮੇਰੇ ਅੱਗੇ ਘੋੜੇ ਦੇ ਝੂਲਣਗੇ ਨੇਜਿਆਂ ਵਾਲੇ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ। ਇਹ ਖਾਲਸਾ ਮੇਰਾ ਨਹੀਂ ਹੈ, ਇਹ ਵਾਹਿਗੁਰੂ ਦਾ ਹੈ। ਇਹ ਪਰਮੇਸ਼ਰ ਦੀ ਫੌਜ ਹੈ, ਇਹ ਅਕਾਲ ਪੁਰਖ ਦੀ ਫੌਜ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਵਾਹਿਗੁਰੂ ਜੀ ਕਾ ਖਾਲਸਾ ਜੋ ਹੈ ਜੀਤ ਹੈ ਸਤਰ ਚੌਗਾਨ। ਵਾਹਿਗੁਰੂ ਕਾ ਖਾਲਸਾ ਜੀਤਾ ਸ਼ਤਰੂ ਚੁਗਾਨ। ਚੁਗਾਨ ਮੈਨੇ ਚਾਵਾਂ ਪਾਸਿਆਂ ਦੇ, ਸ਼ਤਰੂ ਮੈਨੇ ਵੈਰੀ, ਜਿਹੜੇ ਉੱਤਰ ਦੱਖਣ ਪੂਰਬ ਪੱਛਮ ਦੁਸ਼ਟ ਬੈਠੇ ਹਨ, ਜ਼ਾਲਮ ਬੈਠੇ ਹਨ, ਧਰਮ ਦੇ ਦੋਖੀ ਬੈਠੇ ਹਨ, ਜਿਹੜੇ ਸੰਤਾਂ ਮਹਾਂਪੁਰਸ਼ਾਂ ਭਗਤਾਂ ਨੂੰ ਨਾਮ ਨਹੀਂ ਜਪਣ ਦਿੰਦੇ। ਸਾਧ ਸੰਗਤ ਜੀ ਕੱਲ੍ਹ ਵੀ ਵਿਚਾਰ ਹੋ ਰਹੀ ਸੀ ਵੀ ਦੁਨੀਆ ਦੇ ਦੋ ਧਰਮ ਨੇ ਸਿਰਫ। ਕਿਹੜੇ ਕਿਹੜੇ? ਨੇਕੀ ਤੇ ਬਦੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਦੋ ਹੀ ਧਰਮ ਨੇ। ਕੋਈ ਹਿੰਦੂ ਮੁਸਲਮਾਨ ਸਿੱਖ ਈਸਾਈ ਨਹੀਂ ਆਪਸ 'ਚ ਲੜਦੇ। ਦੰਗੇ ਫਸਾਦ ਆਹ ਦੇਖੋ ਕੀ ਪਾਪ ਕਰ ਰਹੇ ਨੇ। ਉਹ ਜ਼ਬਰਦਸਤੀ ਫੜ ਕੇ ਮੁਸਲਮਾਨਾਂ ਨੂੰ ਕਹਿਣਗੇ ਜੈ ਰਾਮ ਬੋਲ, ਜੈ ਰਾਮ ਬੋਲ। ਉਹ ਪਹਿਲਾਂ ਮੁਸਲਮਾਨ ਇੱਦਾਂ ਕਰਦੇ ਸੀ ਅਤੇ ਅੱਜ ਇਹ ਲੱਗ ਪਏ ਕਰਨ। ਫਰਕ ਕੀ ਰਹਿ ਗਿਆ? ਨਾ ਉਹ ਮੁਸਲਮਾਨ ਸੀ ਨਾ ਇਹ ਹਿੰਦੂ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਉਂਕਿ ਮੁਸਲਮਾਨ ਮੋਮ ਦਿਲ ਹੋਵੇ। ਮਹਾਰਾਜ ਕਹਿੰਦੇ ਮੁਸਲਮਾਨ ਉਹ ਨਹੀਂ ਜਿਹੜਾ ਕਿਸੇ ਦੇ ਜ਼ਬਰ ਕਰਦਾ। ਮੁਸਲਮਾਨ ਤੇ ਅਸਲ 'ਚ ਉਹ ਜਿਹੜਾ ਮੋਮ ਦਿਲ ਹੋਵੇ। ਅੰਤਰ ਕੀ ਮਲ ਦਿਲ ਤੇ ਧੋਏ। ਮੁਸਲਮਾਨ ਸਾਈਂ ਮੀਆਂ ਮੀਰ ਸੀ, ਮੁਸਲਮਾਨ ਪੀਰ ਬੁੱਧੂ ਸ਼ਾਹ ਸੀ, ਮੁਸਲਮਾਨ ਸਾਈਂ ਭੀਖਨ ਸ਼ਾਹ ਸੀ। ਉਹ ਵਜ਼ੀਰ ਖਾਂ ਮੁਸਲਮਾਨ ਨਹੀਂ ਸੀ ਸੂਬਾ ਸਰਹੰਦ ਦਾ। ਉਹ ਮੀਰ ਬੰਨੂ ਮੁਸਲਮਾਨ ਨਹੀਂ ਸੀ। ਉਹ ਜ਼ਕਰੀਆ ਜਾਂ ਔਰੰਗਜ਼ੇਬ ਉਹ ਮੁਸਲਮਾਨ ਨਹੀਂ ਸਨ। ਉਹ ਬਦਕਾਰ ਲੋਕ ਸਨ। ਅਤੇ ਅੱਜ ਜਿਹੜੇ ਆਪਣੇ ਆਪ ਨੂੰ ਜ਼ਬਰਦਸਤੀ ਕਿਸੇ ਨੂੰ ਕਹਿ ਰਹੇ ਨੇ ਉਹ ਹਿੰਦੂ ਵੀ ਨਹੀਂ ਹਨ। ਉਹ ਹਿੰਦੂ ਨਹੀਂ ਹਨ ਕਿਉਂਕਿ ਹਿੰਦੂ ਤਾਂ ਸਨਾਤਨ ਉਹ ਹੈ ਜਿਹੜਾ ਸਾਰਿਆਂ 'ਚ ਪ੍ਰਮਾਤਮਾ ਦੀ ਜੋਤ ਦੇਖਦਾ। ਸਨਾਤਨ ਧਰਮ ਹੈ, ਹਿੰਦੂ ਧਰਮ ਨਹੀਂ, ਸਨਾਤਨ ਧਰਮ ਹੈ। ਅਤੇ ਸਨਾਤਨ ਧਰਮ ਦੇ ਵੇਦ ਸ਼੍ਰੀਮਦ ਭਾਗਵਤ ਗੀਤਾ ਜਿੰਨੇ ਧਰਮ ਗ੍ਰੰਥ ਨੇ ਉਹਨਾਂ 'ਚ ਤਾਂ ਬੜੀ ਉੱਚੀ ਗੱਲ ਲਿਖੀ ਹੋਈ ਹੈ ਵੀ ਹਰ ਇਨਸਾਨ 'ਚ ਰੱਬ ਹੈ, ਹਰ ਪਸ਼ੂ ਪੰਛੀ 'ਚ ਰੱਬ ਹੈ। ਸਭ ਮੈਂ ਜੋਤ ਜੋਤ ਹੈ ਸੋਏ। ਉਹਦੀ ਜੋਤ ਮੰਨਦੇ ਆ ਅਤੇ ਫਿਰ ਕਿਸੇ 'ਤੇ ਜ਼ਬਰ ਕਰਨ ਤਾਂ ਫਿਰ ਉਹ ਕਾਹਦੇ ਹਿੰਦੂ ਹੋਏ? ਖਾਲਸਾ ਮੇਰਾ ਕਿਸੇ 'ਤੇ ਜ਼ਬਰ ਨਹੀਂ ਕਰੇਗਾ, ਕਿਸੇ ਦੇ ਉੱਤੇ ਜ਼ੁਲਮ ਨਹੀਂ ਕਰੇਗਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਮੁਸਲਮਾਨਾਂ ਨੂੰ ਖੁੱਲ੍ਹ ਸੀ ਪੂਰੀ, ਤੁਸੀਂ ਆਪਣੇ ਧਰਮ ਨਾਲ ਅਤੇ ਆਪਣੀ ਮਰਿਆਦਾ ਨਾਲ ਆਪਣਾ ਪ੍ਰਚਾਰ ਕਰੋ। ਇੱਕ ਵਾਰੀ ਪਿੰਡ ਦੇ ਸਿੱਖਾਂ ਨੇ ਇਕੱਠੇ ਹੋ ਕੇ ਮਹਾਰਾਜੇ ਕੋਲ ਸ਼ਿਕਾਇਤ ਕੀਤੀ। ਉਹਨਾਂ ਦੇ ਸਿੱਖਾਂ ਦਾ ਇਹ ਮਤਲਬ ਸੀ ਵੀ ਇਹ ਸਾਡਾ ਰਾਜਾ ਹੁਣ ਇਹਨਾਂ ਨੂੰ ਮੁਸਲਮਾਨਾਂ ਨੂੰ ਦੱਬ ਲਏਗਾ। ਸ਼ਿਕਾਇਤ ਇਹ ਕੀਤੀ ਵੀ ਮੁਸਲਮਾਨ 5 ਟਾਈਮ ਬਾਂਗ ਦਿੰਦੇ ਨੇ ਅਤੇ ਬਾਂਗ ਦੇ ਕੇ ਸਾਡੀ ਨੀਂਦ ਖਰਾਬ ਕਰ ਦਿੰਦੇ ਨੇ। ਅਸੀਂ ਕੰਮਕਾਰ ਖੇਤਾਂ 'ਚ ਕਰਕੇ ਸੌਣ ਲੱਗਦੇ ਹਾਂ ਅਤੇ ਇਹ ਉੱਚੀ ਬਾਂਗ ਦਿੰਦੇ ਨੇ। ਇਹਨਾਂ ਨੂੰ ਰੋਕਿਆ ਜਾਵੇ। ਮਹਾਰਾਜੇ ਨੇ ਮੁਸਲਮਾਨਾਂ ਨੂੰ ਸੱਦਿਆ ਵੀ ਭਰਾਵੋ ਆਹ ਸਿੱਖ ਭਰਾ ਕਹਿੰਦੇ ਆ ਵੀ ਤੁਸੀਂ ਇਹਨਾਂ ਦੀ ਨੀਂਦ ਹਰਾਮ ਕਰ ਦਿੰਦੇ ਹੋ ਉੱਚੀ ਬਾਂਗ ਦੇ ਕੇ। ਇਹ ਦੱਸੋ ਵੀ ਤੁਸੀਂ ਬਾਂਗ ਕਿਉਂ ਦਿੰਦੇ ਹੋ? ਮਹਾਰਾਜਾ ਬੜਾ ਸਿਆਣਾ ਸੀ। ਉਹ ਕਹਿਣ ਲੱਗੇ ਜੀ ਬਾਂਗ ਤਾਂ ਦਿੰਦੇ ਆ ਬਈ ਨਮਾਜ਼ ਦਾ ਟਾਈਮ ਹੋ ਗਿਆ, ਸਾਰੇ ਮਸੀਤ 'ਚ ਆ ਜਾਓ। ਕਹਿੰਦੇ ਇਹਦਾ ਕੋਈ ਹੋਰ ਹੱਲ ਹੋ ਸਕਦਾ ਮਸਲੇ ਦਾ? ਜੇ ਤੁਹਾਨੂੰ ਘਰ ਘਰ ਜਾ ਕੇ ਕਿਹਾ ਜਾਵੇ ਵੀ ਆ ਜਾਓ ਭਾਈ ਮਸੀਤ 'ਚ ਟਾਈਮ ਹੋ ਗਿਆ ਨਮਾਜ਼ ਦਾ, ਅਤੇ ਤੁਸੀਂ ਤਾਂ ਵੀ ਜਾ ਸਕਦੇ ਹੋ। ਉਹ ਸਮਝ ਗਏ ਰਾਜੇ ਦੀ ਗੱਲ। ਕਹਿੰਦੇ ਹਾਂਜੀ ਠੀਕ ਹੈ। ਕਹਿੰਦੇ ਫਿਰ ਤੁਸੀਂ ਬਾਂਗ ਦੇਣੀ ਬੰਦ ਕਰ ਦਿਓ ਅਤੇ ਆਹ ਜਿਹੜੇ ਸਿੱਖ ਭਰਾ ਨੇ ਨਾ ਇਹ ਤੁਹਾਡੇ ਘਰ ਜਾਇਆ ਕਰਨਗੇ ਅਤੇ ਤੁਹਾਨੂੰ ਦੱਸਿਆ ਕਰਨਗੇ ਵੀ ਨਮਾਜ਼ ਦਾ ਟਾਈਮ ਹੈ, ਆ ਜਾਓ, ਆ ਕੇ ਨਮਾਜ਼ ਪੜ੍ਹ ਲਓ।
ਹੁਣ ਸਿੱਖਾਂ ਨੂੰ ਪੈ ਗਈ ਮੁਸੀਬਤ ਹੈ ਬਈ 5 ਟਾਈਮ ਉਹਨਾਂ ਦੇ ਘਰ ਜਾ ਕੇ ਘਰ ਘਰ ਜਗਾਉਣਾ ਉਹਨਾਂ ਨੂੰ। ਉਹ ਕਹਿੰਦੇ ਨਹੀਂ ਜੀ ਸਾਡੇ ਤੋਂ ਨਹੀਂ ਹੋਣਾ ਇਹ। ਕਹਿੰਦੇ ਫਿਰ ਇਹਨਾਂ ਦੀ ਬਾਂਗ ਵੀ ਨਹੀਂ ਬੰਦ ਹੋਣੀ, ਇਹਨਾਂ ਨੂੰ ਬਾਂਗ ਦੇਣ ਦਿਓ। ਆਪੇ ਹੀ ਮੰਨ ਕੇ ਕਹਿੰਦੇ ਠੀਕ ਹੈ ਜੀ, ਇਹ ਬਾਂਗ ਦੇਈ ਜਾਣ, ਅਸੀਂ ਇਹ ਨਹੀਂ ਕਰ ਸਕਦੇ ਵੀ ਘਰ ਘਰ ਜਾ ਕੇ ਇਹਨਾਂ ਨੂੰ ਬੁਲਾਈਏ। ਯਾਨੀ ਸਾਡੇ ਖਾਲਸੇ ਦਾ ਤਾਂ ਇਹ ਆਦਰਸ਼ ਹੈ। ਧੰਨ ਗੁਰੂ ਸਾਹਿਬ 6ਵੇਂ ਪਾਤਸ਼ਾਹ ਮਸੀਤਾਂ ਬਣਾ ਕੇ ਦਿੱਤੀਆਂ। ਅੱਜ ਵੀ ਮਸੀਤ ਸ੍ਰੀ ਹਰਗੋਬਿੰਦਪੁਰ ਖੜੀ ਹੈ, ਦਰਸ਼ਨ ਕਰੋ, ਗੁਰੂ ਕੀ ਮਸੀਤ ਕਹਿੰਦੇ ਉਹਨੂੰ। ਅਤੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੇ ਕਾਸ਼ੀ ਦੇ ਵਿਸ਼ਵਨਾਥ ਮੰਦਿਰ 'ਤੇ 9 ਮਣ ਸੋਨਾ ਲਾਇਆ। ਤੁਸੀਂ ਜਾ ਕੇ ਦੇਖੋ, ਉੱਥੇ ਵਿਸ਼ਵਨਾਥ ਮੰਦਿਰ ਹੈ ਕਾਸ਼ੀ ਦੇ ਵਿੱਚ। ਔਰੰਗਜ਼ੇਬ ਨੇ ਢਾਹਤਾ ਸੀ, ਸ਼ੇਰੇ ਪੰਜਾਬ ਨੇ ਦੁਬਾਰਾ ਬਣਾਇਆ। ਉੱਤੇ ਲਿਖਿਆ ਹੋਇਆ ਹਿੰਦੀ ਦੇ ਵਿੱਚ ਦੇਵਨਾਗਰੀ ਅੱਖਰਾਂ ਵੀ ਸ਼ੇਰੇ ਪੰਜਾਬ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਨੇ ਇੰਨਾ ਸੋਨਾ ਸਾਰਾ ਮੰਦਿਰ 'ਤੇ ਚੜ੍ਹਾਇਆ। ਖਾਲਸਾ ਮੰਦਿਰਾਂ ਅਤੇ ਮਸੀਤਾਂ ਨੂੰ, ਗੁਰਦੁਆਰਿਆਂ ਅਤੇ ਚਰਚਾਂ ਨੂੰ ਇੱਕੋ ਜਿਹਾ ਜਾਣਦਾ ਹੋਵੇਗਾ, ਪਰ ਖਾਲਸਾ ਉਹਨਾਂ ਨਾਲ ਟੱਕਰ ਲਏਗਾ ਜਿਹੜੇ ਉਹਨਾਂ ਮੰਦਿਰਾਂ, ਗੁਰਦੁਆਰਿਆਂ, ਧਰਮ ਸਥਾਨਾਂ ਦੀ ਬੇਅਦਬੀ ਕਰਨਗੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ। ਜੀਤੇ ਛਤਰ ਚੁਗਾਨ, 4 ਕੁੰਟਾਂ ਦੇ ਵੈਰੀਆਂ ਨੂੰ ਜਿੱਤ ਕੇ, ਦੁਸ਼ਟਾਂ ਨੂੰ ਨਾਸ਼ ਕਰਕੇ ਉਹ ਧਰਮ ਦਾ ਰਾਜ ਕਰੇਗਾ, ਉਹ ਜ਼ੁਲਮ ਦਾ ਰਾਜ ਨਹੀਂ ਕਰੇਗਾ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ। ਜੀਤਾ ਛਤਰ ਚੁਗਾਨ। ਮਹਾਰਾਜ ਕਹਿੰਦੇ ਜਦੋਂ ਅਸੀਂ ਚੜਾਂਗੇ ਘੋੜੇ 'ਤੇ, ਸਾਡੀ ਫੌਜ ਚੜ੍ਹੇਗੀ, ਫਿਰ ਕਹਿੰਦੇ ਪੂਰੀ ਦੁਨੀਆ ਦੇ ਸ਼ਤਰੂ ਵੈਰੀਆਂ ਨੂੰ ਜਿੱਤ ਕੇ ਧਰਮ ਦਾ ਰਾਜ ਕਾਇਮ ਕਰ ਦਿਆਂਗੇ। ਯਹ ਲਾਲਚ ਗੁਣ ਤੁਹ ਕਹਿਓ। ਇਹ ਵਾਹਿਗੁਰੂ ਤੇਰੇ ਤੋਂ ਇਹ ਮੰਗਦਾ ਹਾਂ, ਇਹ ਮੈਨੂੰ ਲਾਲਚ ਹੈ। ਮੇਰੇ ਖਾਲਸੇ ਦਾ ਬੋਲਬਾਲਾ ਹੋਵੇ, ਖਾਲਸੇ ਦਾ ਪ੍ਰਤਾਪ ਹੋਵੇ, ਧਰਮ ਦਾ ਰਾਜ ਹੋਵੇ, ਹਰ ਇੱਕ ਇਨਸਾਨ ਸੁਖੀ ਵਸੇ, ਕਿਸੇ ਉੱਤੇ ਕੋਈ ਜ਼ੁਲਮ ਜਬਰ ਨਾ ਕਰੇ। ਸਗਲ ਸ੍ਰਿਸ਼ਟ ਪਰਜਾ ਸੁਖੀ ਹੋਏ ਬਰਾਜੈ। ਸਾਰੀ ਸ੍ਰਿਸ਼ਟੀ, ਸਾਰਾ ਸੰਸਾਰ ਸੁਖੀ ਬਸੈ ਮੋਰੋ ਪਰਿਵਾਰਾ। ਸੇਵਕ ਸਿੱਖ ਸਭੈ ਕਰਤਾਰਾ। ਇਹ ਸਾਰਾ ਮੇਰਾ ਪਰਿਵਾਰ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਭਾਈ ਗਨੀ ਖਾਨ ਨਵੀ ਖਾਨ ਨੂੰ ਸਾਧ ਸੰਗਤ ਜੀ ਹੁਕਮਨਾਮਾ ਦਿੱਤਾ, ਉਹ ਤੁਸੀਂ ਪੜ੍ਹਿਆ ਹੋਵੇ, ਦਾਸ ਨੇ ਦਰਸ਼ਨ ਕੀਤੇ ਹੈ। ਉਹਦੇ 'ਚ ਲਿਖਿਆ, ਗਨੀ ਖਾਂ ਨਵੀ ਖਾਂ ਮੇਰੇ ਪੁੱਤਰ ਫਰਜ਼ੰਦ ਹੈਨ। ਆਖੋ ਸਤਿਨਾਮ ਸ੍ਰੀ। ਗਨੀ ਖਾਂ ਨਵੀ ਖਾਂ ਮੇਰੇ ਪੁੱਤਰ ਫਰਜ਼ੰਦ, ਮੇਰੇ ਪੁੱਤਰ ਫਰਜ਼ੰਦ ਹੈਨ। ਜਿਹੜਾ ਸਿੱਖ ਇਹਨਾਂ ਨੂੰ ਮਿਲੇ, 1.25 ਰੁਪਈਆ ਘੱਟੋ ਘੱਟ ਅਰਦਾਸ ਕਰਾਵੇ। ਇਹ ਪਾਤਸ਼ਾਹ ਦਾ ਹੁਕਮ ਹੈ। ਜਿਨ੍ਹਾਂ ਨੂੰ ਪੁੱਤਰ ਕਿਹਾ, ਮੁਸਲਮਾਨ ਵੀ ਪੁੱਤਰ ਨੇ, ਹਿੰਦੂ ਵੀ ਪੁੱਤਰ ਨੇ, ਈਸਾਈ ਵੀ ਪੁੱਤਰ ਨੇ, ਹਰ ਇਨਸਾਨ ਉਹਨਾਂ ਦਾ ਪੁੱਤਰ ਹੈ, ਕਿਉਂਕਿ ਪਿਤਾ ਕਦੀ ਵਿਤਕਰਾ ਨਹੀਂ ਕਰਦਾ। ਪਿਤਾ ਦੀ ਸੋਚ ਬੜੀ ਵੱਡੀ ਹੈ। ਵਾਹਿਗੁਰੂ ਜੀ ਕਾ ਖਾਲਸਾ। ਜੀਤਾ ਛਤਰ ਚੁਗਾਨ। ਉਹਦੀ ਫੌਜ ਖਾਲਸਾ ਵੈਰੀਆਂ ਨੂੰ ਸੋਧੇਗੀ, ਦੁਸ਼ਟਾਂ ਨੂੰ ਧਰਮ ਦੇ। ਮੈਂ ਪਹਿਲਾਂ ਬੇਨਤੀ ਕੀਤੀ, ਧਰਮ 2 ਹੀ, ਨੇਕੀ ਅਤੇ ਬਦੀ ਨੇ। ਇਹਨਾਂ ਦੀ ਲੜਾਈ ਹੈ, ਹੋਰ ਕੋਈ ਲੜਾਈ ਨਹੀਂ। ਬਦੀ ਜਿਹੜੀ ਹੈ ਹਮੇਸ਼ਾ ਨੇਕੀ ਨੂੰ ਤੰਗ ਕਰਦੀ ਹੈ, ਅਤੇ ਨੇਕੀ ਫਿਰ ਜਦੋਂ ਆਪਣੀ ਆਈ 'ਤੇ ਆਉਂਦੀ ਹੈ, ਫਿਰ ਬਦੀ ਦਾ ਪੋਚਾ ਫੇਰ ਦਿੰਦੀ, ਸਫਾਈ ਕਰ ਦਿੰਦੀ। ਮਹਾਰਾਜ ਕਹਿੰਦੇ ਉਹ ਫਿਰ ਜਦੋਂ ਡੰਕਾ ਵੱਜੇਗਾ, ਡੰਕਾ ਬਾਜੇ ਫਤਿਹ ਕਾ ਗੁਰੂ ਨੇਕ ਲੰਕ ਅਵਤਾਰ, ਉਦੋਂ ਫਿਰ ਸਾਰਾ ਕੁਝ ਸਾਫ਼ ਹੋ ਜਾਏਗਾ। ਦਾਸ ਗੋਬਿੰਦ ਸਮਾਜ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ 10ਵੇਂ ਪਾਤਸ਼ਾਹ ਕਹਿੰਦੇ ਆ, ਫਿਰ ਇਹੋ ਜਿਹਾ ਸਮਾਜ ਪੈਦਾ ਕਰਾਂਗੇ, ਸਾਰੇ ਸੰਸਾਰ 'ਚ ਬਰਾਬਰ ਹੋਵੇਗਾ, ਕੋਈ ਕਿਸੇ ਨਾਲ ਵਿਤਕਰਾ ਨਹੀਂ ਹੋਵੇਗਾ। ਲੰਗਰ ਚੱਲੇਗਾ ਅਤੁੱਟ, ਗੁਰੂ ਕੀ ਦੇਗ ਚੱਲੇਗੀ, ਹਰ ਇਨਸਾਨ ਪ੍ਰਾਣੀ ਮਾਤਰ ਨੂੰ ਪ੍ਰਸ਼ਾਦਾ ਮਿਲੇਗਾ, ਭੁੱਖੇ ਨੂੰ ਰੋਟੀ ਮਿਲੇਗੀ, ਨੰਗੇ ਨੂੰ ਕੱਪੜਾ ਮਿਲੇਗਾ, ਮਕਾਨ ਵਾਲੇ ਨੂੰ ਮਕਾਨ ਦੀ ਲੋੜ ਆ ਉਹ ਪੂਰੀ ਹੋਵੇਗੀ, ਸਭ ਸੁੱਖ ਮਿਲਣਗੇ। ਫਤਿਹ ਹੋਵੇ ਸਤਿਗੁਰੂ ਕੀ। ਸਤਿਗੁਰੂ ਨਾਨਕ ਦੇਵ ਜੀ ਦੀ ਫਤਿਹ ਹੋਵੇਗੀ, ਹਰ ਜਗ੍ਹਾ 'ਤੇ ਗੁਰੂ ਦੀ ਫਤਿਹ ਹੋਵੇਗੀ, ਕਲਗੀਧਰ ਦੀ ਫਤਿਹ ਹੋਵੇਗੀ। ਫਤਿਹ ਹੋਵੇ ਸਤਿਗੁਰੂ ਕੀ। ਹਾਂਜੀ। ਉਦੇ ਅਸਤ ਲੋ ਰਾਜ। ਕਹਿੰਦੇ ਉਦੇ ਅਸਤ ਲੋ ਰਾਜ। ਜਿੱਧਰੋਂ ਸੂਰਜ ਚੜ੍ਹਦਾ ਅਤੇ ਜਿੱਥੇ ਸੂਰਜ ਛਿਪਦਾ, ਉੱਥੇ ਤਾਂ ਹੀ ਖਾਲਸੇ ਦਾ ਰਾਜ ਹੋਵੇਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿੱਥੋਂ ਸੂਰਜ ਚੜ੍ਹਦਾ, ਉਹਦੇ ਮੈਨੇ ਜਿੱਧਰੋਂ ਚੜ੍ਹਦਾ, ਅਸਤ ਜਿੱਥੇ ਜਾ ਕੇ ਛਿਪਦਾ। ਸਾਧ ਸੰਗਤ ਜੀ ਉੱਧਰੋਂ ਨਿਊਜ਼ੀਲੈਂਡ ਤੋਂ, ਆਸਟ੍ਰੇਲੀਆ ਤੋਂ ਕਹਿ ਲਓ ਵੀ ਚੜ੍ਹਦਾ, ਅਤੇ ਅਮਰੀਕਾ ਦੇ ਲਾ ਕੇ ਸਾਡੇ ਸਿਆਟਲ 'ਤੇ ਆ ਕੇ ਉਹ ਛਿਪਦਾ। ਇੱਥੋਂ ਤੱਕ ਖਾਲਸੇ ਦਾ ਰਾਜ ਹੋਣਾ, ਇਹ ਸਾਰੀ ਧਰਤੀ। ਤਾਂ ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਆਪ ਆਵਾਂਗੇ ਅਤੇ ਨੀਲੇ ਘੋੜੇ 'ਤੇ ਸਵਾਰ ਹੋਵਾਂਗੇ, ਨੇਜੇ ਲੱਖ ਨਿਸ਼ਾਨ, ਲੱਖਾਂ ਨਿਸ਼ਾਨ ਝੂਲਦੇ ਹੋਣਗੇ, ਅਤੇ ਹਰ ਇਨਸਾਨ ਨੂੰ ਸੁੱਖ ਆਰਾਮ ਦਿਆਂਗੇ, ਵੈਰੀਆਂ ਦੁਸ਼ਟਾਂ ਦਾ ਨਾਸ਼ ਕਰਾਂਗੇ, ਸੰਤਾਂ ਦਾ ਪ੍ਰਕਾਸ਼ ਕਰਾਂਗੇ, ਸਾਧ ਸਮੂਹ ਪ੍ਰਸੰਨ ਫਿਰਾਂਗੇ,
ਸਾਧੂ ਸੰਤ ਸਮੂਹ ਪ੍ਰਸੰਨ ਫਿਰਨਗੇ ਤੇ ਸ਼ਤਰ ਸਭੈ ਅਬ ਲੋਕ ਚਪੈਂਗੇ। ਦੁਖੀ ਜਿਹੜੇ ਨੇ ਵੇਖ ਵੇਖ ਕੇ ਪਿਛਾਂਹ ਹਟ ਜਾਣਗੇ, ਉਹ ਦੁਖੀ ਹੋਣਗੇ, ਖਤਮ ਹੋ ਜਾਣਗੇ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਆਉਣ ਵਾਲਾ ਸਮਾਂ ਤੇ ਖਾਲਸੇ ਦੀ ਚੜ੍ਹਦੀ ਕਲਾ ਦਾ ਬਚਨ ਸ੍ਰੀ ਸਰਬਲੋਕ ਪ੍ਰਕਾਸ਼ ਗ੍ਰੰਥ ਵਿੱਚ ਦੱਸਿਆ ਹੈ। ਸੋ ਸਾਧ ਸੰਗਤ ਜੀ, ਇੱਕ ਵਾਰੀ ਇਹਦਾ ਪਾਠ ਕਰਨ ਨੂੰ ਵੀ ਜੀ ਕਰਦਾ। ਸੋ ਆਓ ਸਰਵਣ ਕਰੀਏ। 9 ਲੱਖ ਰਾਖੀ ਮਿਲੈ, ਮਿਲੈ ਸਰਾਏ ਚੇ ਲੱਖ, 1.25 ਲੱਖ ਹਾਥੀ ਮਿਲੈ, ਦੇਹੋ ਜਹ ਅਬਿਲਾਖ, ਖਾਸ ਸਵਾਰੀ ਮੋਏ ਚਲੈ, ਨੇਜੇ ਲੱਖ ਨਿਸ਼ਾਨ, ਵਾਹਿਗੁਰੂ ਕਾ ਖਾਲਸਾ, ਜੀਤੈ ਛਤਰ ਚੁਗਾਨ, ਯਹ ਲਾਲਚ ਗੁਣ ਤਵੈ ਕਹਿਓ, ਦਾਸ ਗੋਬਿੰਦ ਸਮਾਜ, ਫਤਿਹ ਹੋਵੈ ਸਤਿਗੁਰੂ ਕੀ, ਉਦੇ ਅਸਤ ਲੋ ਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪ ਜੀ ਨਾਲ 3-4 ਦਿਨ ਹਾਜ਼ਰੀਆਂ ਭਰਦੇ ਹਾਂ, ਸੇਵਾ ਕਰਦੇ ਹਾਂ। ਬਹੁਤ ਭੁੱਲਾਂ ਹੋਈਆਂ ਹੋਣਗੀਆਂ, ਬਖਸ਼ ਲੈਣਾ। ਮਹਾਰਾਜ ਕਿਰਪਾ ਕਰੇ ਇਹਨਾਂ ਨੌਜਵਾਨਾਂ ਨੂੰ ਜਿਹੜੇ ਐਕਸਪੀਰੀਅੰਸ ਸਿੱਖੀ, ਇਹ ਬਹੁਤ 2 ਵੱਡੇ ਉਪਰਾਲੇ ਹਰ ਸਾਲ ਕਰਕੇ ਬੱਚਿਆਂ ਨੂੰ ਗੁਰੂ ਨਾਲ ਜੋੜਦੇ ਆ, ਸੰਗਤਾਂ ਨੂੰ ਜੋੜਦੇ ਨੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਇਹੋ ਜਿਹੇ ਜਿਹੜੇ ਸੱਚੇ ਸੁੱਚੇ ਖਿਆਲਾਂ ਵਾਲੇ ਨੌਜਵਾਨ ਆ, ਇਹਨਾਂ ਦੇ ਨਾਲ ਖੜਿਆ ਕਰੋ, ਇਹਨਾਂ ਦੇ ਨਾਲ ਤਨ ਮਨ ਧਨ ਕਰਕੇ ਸਹਿਯੋਗ ਦਈਏ। ਅਤੇ ਇਹ ਪ੍ਰਚਾਰ ਦਾ ਕਾਰਜ ਹੈ। ਸਿੱਖੀ ਜਿਹੜੀ ਹੈ ਨਾ, ਇਹਨਾਂ ਸਮਾਗਮਾਂ ਤੋਂ ਫੈਲਦੀ ਅੱਗੇ ਦੀ ਅੱਗੇ, ਕਿਉਂਕਿ ਜਦੋਂ ਸਾਡੇ ਬੱਚੇ ਆਉਂਦੇ 3 ਸਾਲ ਤੋਂ ਲੈ ਕੇ 20-22 ਸਾਲ ਤੱਕ ਦੇ ਬੱਚੇ, ਕਈ ਲੋਕ ਅੱਜ ਕੱਲ੍ਹ ਕਿੰਤੂ ਕਰਦੇ ਜੀ, ਨਗਰ ਕੀਰਤਨਾਂ ਦੀ ਕੀ ਲੋੜ ਹੈ, ਕੀਰਤਨ ਦਰਬਾਰਾਂ ਦੀ ਕੀ ਲੋੜ ਹੈ। ਇਹ ਕਿੰਤੂ ਪਰੰਤੂ ਸੁਣਿਆ ਬੜਾ ਤੁਸੀਂ। ਸਾਧ ਸੰਗਤ ਜੀ, ਜੇ ਨਗਰ ਕੀਰਤਨ ਨਾ ਹੋਣ, ਜੋੜ ਮੇਲੇ ਨਾ ਹੋਣ, ਉਹ ਜਿਹੜੇ ਬੱਚੇ ਆਪਾਂ ਸਿੰਘ ਬਣਦੇ ਨੇ, ਉਹ ਬਣ ਨਹੀਂ ਸਕਦੇ। ਉਹ ਦੇਖ ਦੇਖ ਕੇ ਹੀ ਗੁਰਸਿੱਖੀ ਦਾ ਚਾਹ ਚੜ੍ਹਦਾ। ਕੋਈ ਬਾਣਾ ਪਾਉਣ ਵੇਖ ਬਾਣਾ ਪਾਉਂਦੇ ਆ, ਕੋਈ ਬਾਣੀ ਪੜ੍ਹਦਿਆਂ ਨੂੰ ਦੇਖ ਕੇ ਬਾਣੀ ਪੜ੍ਹਦੇ ਆ, ਕੋਈ ਸੇਵਾ ਕਰਦਿਆਂ ਨੂੰ ਦੇਖ ਕੇ ਸੇਵਾ ਕਰਦੇ ਆ। ਇਸ ਕਰਕੇ ਸਮਾਗਮ ਰੋਜ਼ ਹੁੰਦੇ ਰਹਿਣੇ ਚਾਹੀਦੇ ਆ। ਰੋਜ਼ ਹੀ ਕਥਾ ਕੀਰਤਨ ਹਰੀ ਜਸ ਹੁੰਦਾ ਰਹੇ, ਸੰਤਾਂ ਦੀ ਸੰਗਤ ਜੁੜਦੀ ਰਹੇ ਅਤੇ ਖਾਲਸੇ ਦਾ ਬੂਟਾ ਹਰਾ ਰਹੇਗਾ। ਅਤੇ ਐਵੇਂ ਕਿਸੇ ਕੱਚੇ ਪਿੱਲੇ ਦੀ ਗੱਲਾਂ 'ਚ ਆ ਕੇ ਆਖੇ ਜੀ ਇੰਨੇ ਲੱਖਾਂ ਰੁਪਈਆ ਲੱਗ ਗਿਆ, ਇੰਨੇ ਰੁਮਾਲੇ, ਕੱਲ੍ਹ ਕਿਸੇ ਨੇ ਪਾਈ ਸੀਗੀ, ਉਹ ਰੁਮਾਲੇ ਹੀ ਗਿਣੀ ਜਾਂਦੇ ਮਹਾਰਾਜ ਦੇ, ਆਪਣੇ ਕੱਪੜੇ ਨਹੀਂ ਗਿਣੇ। ਇਹ ਜੀ ਇੰਨੇ ਰੁਮਾਲੇ ਚੜ੍ਹਨਗੇ, ਉਹ ਰੁਮਾਲਿਆਂ ਦਾ ਕੀ ਬਣੇਗਾ, ਇੰਨੇ ਕਰੋੜ ਰੁਪਇਆ ਆਵੇਗਾ, ਉਹਨਾਂ ਦਾ ਕੀ ਬਣੇਗਾ। ਖਾਲਸਾ ਜੀ, ਨੈਗੇਟਿਵ ਸੋਚ ਕਿੱਥੋਂ ਪੈਦਾ ਹੁੰਦੀ, ਪੋਜ਼ੀਟਿਵ ਗੱਲ ਕਰੋ। ਇਹ ਮਾਇਆ ਪਰਮੇਸ਼ਰ ਦੀ ਆਉਣ ਜਾਣ ਵਾਲੀ ਹੈ। ਕਰੋੜਾਂ ਰੁਪਈਆ, ਅਰਬਾਂ ਰੁਪਈਆ ਕੋਈ ਮੈਟਰ ਨਹੀਂ ਕਰਦਾ। ਮੈਟਰ ਕਰਦੀ ਹੈ ਗੱਲ ਸਿੱਖੀ ਦੀ, ਗੁਰੂ ਦੀ, ਪ੍ਰਚਾਰ ਦੀ ਅਤੇ ਰੂਹਾਨੀਅਤ ਦੀ। ਉਹ ਤੁਸੀਂ ਸਮਝੋ, ਜਦੋਂ ਖਾਲਸਾ ਇਕੱਠਾ ਹੁੰਦਾ ਅਤੇ ਸਾਰਾ ਕੁਝ ਅਮਰੀਕਾ ਵਾਲੇ ਜਾਂ ਕੈਨੇਡਾ ਵਾਲੇ ਇਹੀ ਸੋਚਣ ਵੀ ਲੱਖਾਂ ਰੁਪਇਆ ਲੱਗਦਾ, ਕਰੋੜਾਂ ਡਾਲਰ ਲੱਗਦੇ, ਸੜਕਾਂ ਬਣਾਉਣ ਦੀ ਕੀ ਲੋੜ ਹੈ, ਹੋਰ ਕੰਮਾਂ ਕਰਨ ਦੀ ਕੀ ਲੋੜ ਹੈ, ਪੈਸੇ ਬੈਂਕ ਜਮ੍ਹਾਂ ਕਰ ਛੱਡੋ, ਉਹਦਾ ਕੋਈ ਫਾਇਦਾ ਨਹੀਂ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ, ਦਮੜਾ ਤਿਸੀ ਕਾ ਜੋ ਖਰਚੇ ਉਹ ਖਾਏ। ਪੈਸਾ ਉਹਦਾ ਹੀ ਹੈ ਜਿਹੜਾ ਉਹਨੂੰ ਖਰਚ ਲਏ, ਜਿਹੜਾ ਰੱਖ ਕੇ ਚਲਾ ਗਿਆ ਉਹਦਾ ਕਾਹਦਾ। ਸੋ ਖਾਲਸਾ ਜੀ, ਗੁਰੂ ਕੇ ਲੰਗਰਾਂ ਦੀ ਸੇਵਾ ਕਰਨੀ, ਨਗਰ ਕੀਰਤਨਾਂ ਦੀ, ਸਮਾਗਮਾਂ ਦੀ, ਉਹਦੇ 'ਤੇ ਤਨ ਕਰਕੇ ਵੀ ਸੇਵਾ ਹੁੰਦੀ ਹੈ, ਮਨ ਕਰਕੇ ਵੀ ਹੁੰਦੀ, ਧਨ ਕਰਕੇ ਵੀ ਹੁੰਦੀ। ਗੁਰਪ੍ਰਤਾਪ ਸੂਰਜ ਕਥਾ ਹੁੰਦੀ ਹੈ। ਮਹਾਰਾਜ 10ਵੇਂ ਪਾਤਸ਼ਾਹ ਕੋਲ ਕੁਝ ਸੂਰਮੇ ਲੜਾਕੇ ਯੋਧੇ, ਜਿਹੜੇ ਇਕੱਲੇ ਇਕੱਲੇ 1.25 ਲੱਖ ਨਾਲ ਲੜਨ ਵਾਲੇ ਗੁਰੂ ਦੇ ਪਿਆਰੇ, ਉਹ ਵੀ ਆਉਂਦੇ ਸੀ। ਕਈ ਮੇਰੇ ਵਰਗੇ ਸੀ, ਕਹਿੰਦੇ ਮਹਾਰਾਜ ਲੜ ਨਹੀਂ ਸਕਦੇ, ਪਰ ਹੋਰ ਕੋਈ ਹੈਲਪ ਕਰ ਸਕਦੇ ਸੇਵਾ। ਕੋਈ ਮਾਇਆਧਾਰੀ ਸੀ, ਉਹ ਕਹਿੰਦੇ ਅਸੀਂ ਮਾਇਆ ਦੇ ਦਿੰਦੇ ਹਾਂ। ਉਹ ਕਾਬਲ ਵੱਲੋਂ ਹੋਰ ਵੱਡੇ ਵੱਡੇ ਸ਼ਹਿਰਾਂ 'ਚੋਂ ਬੜੇ ਬੜੇ ਸੇਠ ਲੱਖਾਂ ਰੁਪਈਆ ਗੁਰੂ ਸਾਹਿਬ ਦੇ ਖਜ਼ਾਨੇ 'ਚ, ਅਸਲਾ ਵੀ ਲੈਣਾ, ਘੋੜੇ ਵੀ ਲੈਣੇ ਆ। ਉਹ ਲੜ ਨਹੀਂ ਸਕਦੇ, ਉਹ ਮਾਇਆ ਨਾਲ ਸੇਵਾ ਕਰ ਦਿੰਦੇ। ਕਈ ਗੁਰੂ ਕੇ ਪਿਆਰੇ, ਕੋਈ ਹੋਰ ਸੀ ਭਾਂਡੇ ਮਾਂਜਣ ਦੀ ਸੇਵਾ, ਕੋਈ ਲੰਗਰ ਪਕਾਉਣ ਦੀ, ਭਾਈ ਕਨ੍ਹਈਆ ਸਾਹਿਬ ਜੀ ਸਿਰਫ ਜਲ ਛਕਾਉਣ ਦੀ ਸੇਵਾ। ਜੋ ਜੋ ਕਿਸੇ ਨੂੰ ਬਣ ਸਕਦਾ, ਰਲ ਮਿਲ ਕੇ ਆਪਾਂ ਕਰ ਸਕਦੇ ਹਾਂ। ਇਹ ਸਾਰੇ ਪੰਥ ਦਾ ਕਾਰਜ ਹੁੰਦਾ। ਸੋ ਆਪ ਜੀ ਨੇ 550 ਸਾਲਾ ਮਨਾਉਣਾ, ਅਤੇ ਇਹਦੇ ਵਿੱਚ ਆਪਾਂ ਛੋਟੀਆਂ ਨੈਗੇਟਿਵ ਸੋਚਾਂ ਨਹੀਂ ਸੋਚਣੀਆਂ, ਅਤੇ ਆਪਾਂ ਚੜ੍ਹਦੀ ਕਲਾ ਦੇ ਬਚਨ ਕਰਨੇ ਹੈ। ਬਹੁਤਾ ਕਹੀਏ ਬਹੁਤਾ ਹੋਏ, ਇਤਨੇ ਬਚਨ ਪ੍ਰਵਾਨ ਕਰਨੇ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।